परम सत्कारयोग साध संगत मन बिरती इकागर करने लई रसना पवित्र करने लई सब गज के आखो धन श्री सतगुरु प्रताप सिंह जी। आपने गुरबाणी का कीर्तन सुनिया, सतगुरु प्रताप सिंह सच्चे पातशाह का पवित्र उपदेश सुनिया। अज के उपदेश में सच्चे पातशाह ने जिहड़ा हुक्म आया सी 100 साध नूं मारन जिन्ना जिहड़ा पाप है ना, एक गर्भ ग्राउंड का पाप है। ਜਿਹੜੀਆਂ ਦਾਈਆਂ ਨੇ ਉਹ ਪਤਾ ਨਹੀਂ ਕਿੰਨੇ ਕਿੰਨੇ ਗਰਭ ਕਰਾਉਂਦੀਆਂ ਨੇ। ਇਹ ਜੋ ਕੁਛ ਅੱਜ ਤੁਸੀਂ ਸੁਣਿਆ ਸਤਿਯੁਗ ਦੇ ਵਿੱਚ ਛਾਪਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਕੋਸ਼ਿਸ਼ ਕਰ ਰਿਹਾ, ਅਜੇ ਤੱਕ ਮੈਂ ਸਫਲ ਨਹੀਂ ਹੋ ਸਕਿਆ ਵੀ ਇਹਦੇ ਇਸ਼ਤਿਹਾਰ ਬਣਾ ਕੇ ਸਾਡੇ ਸਾਰੇ ਪਿੰਡਾਂ ਵਿੱਚ ਨਾਮਧਾਰੀਆਂ ਦੇ ਲਾਏ ਜਾਣ ਤਾਂ ਕਿ ਉਹ ਇਸ ਪਾਪ ਤੋਂ ਬਚ ਜਾਣ। ਸਰ ਬੇਅੰਤ ਸਿੰਘ ਦੇ ਵੇਲੇ ਇਹ ਗੱਲ ਮਲੇਰਕੋਟਲੇ ਆਖੀ ਸੀ। ਉਹਨਾਂ ਨੇ ਇਹ ਆਖਿਆ ਸੀ ਕਿ ਮੈਂ ਇਹ ਕਾਨੂੰਨ ਬਣਾਵਾਂਗਾ ਕਿ ਸਾਡੇ ਇੱਥੇ ਉਹ ਗਰਭਪਾਤ ਜਿਹੜਾ ਹੈ ਡਾਕਟਰ ਕਰਦੇ ਨੇ ਉਹ ਨਾ ਕਰ। ਡਾਕਟਰਾਂ ਨੇ ਕਈਆਂ ਢੰਗਾਂ ਨਾਲ ਪੈਸੇ ਕਮਾਉਣ ਵਾਸਤੇ ਲਿਖ ਕੇ ਲਾਇਆ ਹੁੰਦਾ ਕਿ ਅਰੋਗ ਬੱਚਾ ਜਨਮੇ ਉਹਦੇ ਵਾਸਤੇ ਅਸੀਂ ਫੋਟੋ ਲਾਉਂਦੇ ਹਾਂ ਸਾਰਾ, ਲੇਕਿਨ ਉਹਦੇ ਅੰਦਰ ਦੂਸਰਾ ਕੰਮ ਹੁੰਦਾ ਸਾਰਾ ਜਿਹੜਾ ਤੁਸੀਂ ਹੁਣ ਸੁਣਿਆ। ਸਾਡੇ ਸਤਿਗੁਰਾਂ ਨੇ ਇਹ ਜਿਨ੍ਹਾਂ ਚੀਜ਼ਾਂ ਨੂੰ ਬੜੇ ਚਿਰ ਤੋਂ ਪਾਪ ਆਖਿਆ, ਅੱਜ ਅਜੇ ਥੋੜ੍ਹੀ ਥੋੜ੍ਹੀ ਗੱਲ ਦਾ ਸਾਨੂੰ ਪਤਾ ਲੱਗਣ ਲੱਗਾ। ਪਾਪ ਜਿਹੜਾ ਇਹ ਬਹੁਤ ਮਾੜਾ ਹੁੰਦਾ, ਪਰ ਸਤਿਗੁਰਾਂ ਨੇ ਲਿਖਿਆ ਕਿ ਪਾਪ ਬੁਰਾ ਪਾਪੀ ਕੋ ਪਿਆਰਾ, ਉਹਨੂੰ ਚੰਗਾ ਲੱਗਦਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਆ ਕੇ ਕੁੜੀਆਂ ਮਾਰਨ ਤੋਂ ਉਠਾਇਆ, ਵਿਧਵਾ ਵਿਆਹ ਕਰਾਏ, ਮਾਈਆਂ ਨੂੰ ਅੰਮ੍ਰਿਤ ਛਕਾਇਆ। ਸਤਿਗੁਰਾਂ ਦੇ ਜੇ ਮੈਂ ਨਹੀਂ ਭੁੱਲਦਾ ਤਾਂ ਹੁਕਮਨਾਮੇ 'ਚ ਵੀ ਲਿਖਿਆ ਹੈ ਕਿ ਸੋ ਕਿਉ ਮੰਦਾ ਆਖਿਆ ਜਿਸ ਜਮਹਿ ਰਾਜਾਨ। ਅੱਜ ਕੱਲ੍ਹ ਤਾਂ ਰਾਜਿਆਂ ਨੂੰ ਵੀ ਮਾੜਾ ਆਖਿਆ ਜਾਂਦਾ, ਪਰ ਸਤਿਗੁਰਾਂ ਨੇ ਇਸ ਗੱਲ ਨੂੰ ਪ੍ਰਵਾਨ ਕੀਤਾ। ਸਾਡਾ ਇਤਿਹਾਸ ਅਗਵਾਹ ਹੈ ਕਿ ਜਨਕ ਰਾਜਾ ਜਿਹੜਾ ਸੀ ਉਹ ਬਹੁਤ ਵੱਡਾ ਭਗਤ ਸੀ, ਅਤੇ ਉਹ ਰਾਜਾ ਹੁੰਦਾ ਹੋਇਆ ਐਡਾ ਵੱਡਾ ਭਗਤ ਸੀ ਕਿ ਸੁਖਦੇਵ ਜੀ ਨੂੰ ਉਹਦੇ ਕੋਲੋਂ ਆ ਕੇ ਭਗਤੀ ਕਰਨ ਵਾਲੇ ਨੂੰ ਸਿੱਖਿਆ ਲੈਣੀ ਪਈ। ਸੱਚੇ ਪਾਤਸ਼ਾਹ ਦਾ ਉਪਦੇਸ਼ ਰਿਕਾਰਡ ਹੋਇਆ ਕਿ ਸੁਖਦੇਵ ਜੀ ਜਿਸ ਵੇਲੇ ਆਏ ਉਹਨੇ ਦੇਖਿਆ ਵੀ ਰਾਜਾ ਜਨਕ ਜਿਹੜਾ ਉਹਦਾ ਇੱਕ ਪੈਰ ਤੇ ਅੱਗ ਵਿੱਚ ਹੈ, ਇੱਕ ਪੈਰ ਨੂੰ ਮਾਈਆਂ ਲੱਤ ਨੂੰ ਝੱਕਦੀਆਂ ਨੇ, ਚਰਨ ਨੂੰ ਉਹਦੇ ਨੂੰ, ਅਤੇ ਉਹਨਾਂ ਨੂੰ ਸ਼ੰਕਾ ਹੋਈ। ਇਹ ਧਾਰਮਿਕ ਰਾਹ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਨੇ ਉਹਨਾਂ 'ਚ ਇੱਕ ਬਹੁਤ ਵੱਡੀ ਗੱਲ ਹੈ ਕਿ ਗੁਰੂ 'ਤੇ ਸ਼ੰਕਾ ਕਰਨ ਨਾਲ ਬੰਦੇ ਦੀ ਕਲਾ ਘੱਟ ਜਾਂਦੀ ਹੈ। ਉਹ 16 ਕਲਾ ਵਾਲੇ ਸਨ, ਉਹਨਾਂ ਨੇ ਜਿਵੇਂ ਜਿਵੇਂ ਸ਼ੰਕਾ ਕੀਤੀਆਂ ਉਹ ਲਿਖਿਆ ਕਿ ਇਤਿਹਾਸ ਕਿ ਉਹਨਾਂ ਦੀ ਕਲਾ ਘੱਟਦੀਆਂ ਗਈਆਂ। ਫਿਰ ਇੱਕ ਵਾਰ ਜਦੋਂ ਇਹ ਗੱਲ ਹੋਈ ਤਾਂ ਸੁਖਦੇਵ ਜੀ ਨੇ ਪੁੱਛਿਆ ਵੀ ਤੁਸੀਂ ਇੰਨੇ ਰਾਜ ਵਿੱਚ ਰਹਿ ਕੇ ਤੁਹਾਨੂੰ ਰੱਬ ਕਿਵੇਂ ਯਾਦ ਰਹਿੰਦਾ? ਉਹਨੇ ਆਖਿਆ ਦੱਸਾਂਗਾ ਤੈਨੂੰ। ਉਹਨਾਂ ਨੇ ਇੱਕ ਥਾਲੀ ਭਰ ਦਿੱਤੀ ਤੇਲ ਦੀ, ਅਤੇ ਸ਼ਹਿਰ ਵਿੱਚ ਰੰਗ ਤਮਾਸ਼ੇ ਲਾ ਦਿੱਤੇ। ਸੁਖਦੇਵ ਜੀ ਨੇ ਆਖਿਆ ਇਹ ਥਾਲੀ ਲੈ ਲੈ, ਸਾਰਾ ਸ਼ਹਿਰ ਘੁੰਮ ਕੇ ਆ, ਪਰ ਥਾਲੀ ਦਾ ਤੇਲ ਨਾ ਡੁੱਲੇ। ਉਹ ਥਾਲੀ ਲੈ ਕੇ ਗਏ ਅਤੇ ਵਾਪਸ ਆਏ ਅਤੇ ਪੁੱਛਿਆ ਭਈ ਕੀ ਕੀ ਵੇਖ ਕੇ ਆਇਆ? ਆਂਦਾ ਮੈਨੂੰ ਤਾਂ ਥਾਲੀ ਦਾ ਤੇਲ ਡੁੱਲਣ ਦਾ ਹੀ ਫਿਕਰ ਰਿਹਾ। ਰਾਜਾ ਜਨਕ ਕਹਿਣ ਲੱਗਾ ਮੈਨੂੰ ਵੀ ਇਹੋ ਹੀ ਫਿਕਰ ਰਹਿੰਦਾ, ਮੈਨੂੰ ਇਹਦਾ ਕੋਈ ਅਸਰ ਨਹੀਂ ਮੇਰੇ ਉੱਤੇ। ਇੱਕ ਵਾਰ ਐਸਾ ਉਹਨਾਂ ਨੇ ਕਾਰਨ ਬਣਾ ਦਿੱਤਾ। ਸੁਖਦੇਵ ਜੀ ਅੰਦਰ ਬੈਠੇ ਨੇ, ਉਹਨਾਂ ਦੀ ਤੂੰਬੀ ਅਤੇ ਲੋਈ ਦਾ ਜਿਹੜਾ ਕੱਪੜਾ ਸੀ ਉਹ ਡਿਊਟੀ 'ਚ ਪਿਆ, ਅੱਗ ਲਾ ਦਿੱਤੀ। ਅੱਗ ਲੱਗੀ, ਸੁਖਦੇਵ ਜੀ ਭੱਜੇ, ਮੇਰੀ ਤੂੰਬੀ ਅਤੇ ਲੋਈ ਰਹਿ ਗਈ ਉੱਥੇ। ਉਹ ਆਉਂਦਾ ਰਾਜਾ ਜਨਕ ਆਂਦਾ ਮੇਰਾ ਸਾਰਾ ਸ਼ਹਿਰ ਸੜਨ ਦਿਆ, ਤੂੰ ਤੂੰਬੀ ਲੋਈ ਨੂੰ ਭੱਜਿਆ ਫਿਰਦਾ, ਤੂੰ ਕਾਹਦਾ ਸੰਤ ਬਣਿਆ? ਫਿਰ ਉਹਨਾਂ ਨੇ ਯੱਗ ਹੁੰਦਾ ਸੀ ਅਤੇ ਉੱਥੇ ਪੱਤਲਾਂ ਦੇ ਵਿੱਚ ਦੱਬੇ ਗਏ, ਝੂਠਣ ਝੂਠ ਪਰੀ ਸਿਰ ਉੱਪਰ ਖਿਨ ਮਨੂਆ ਤਿਲ ਨਾ ਡੁਲਾਵਾ ਗੋ। ਇਹ ਬਾਣੀ ਵਿੱਚ ਸਤਿਗੁਰਾਂ ਨੇ ਲਿਖਿਆ ਉਹਨਾਂ ਵਾਸਤੇ, ਤਾਂ ਉਹਨਾਂ ਨੂੰ ਇਸ ਚੀਜ਼ ਦੀ ਪ੍ਰਾਪਤੀ ਹੋਈ। ਸਾਨੂੰ ਭਾਵੇਂ ਹੋਰ ਚੀਜ਼ਾਂ ਸਾਡੇ ਅੰਦਰ ਬਹੁਤ ਕੁਛ ਮਾੜੀਆਂ ਚੀਜ਼ਾਂ ਅੰਦਰ ਪ੍ਰਵਿਰਤ ਨੇ, ਪਰ ਇੱਕ ਜਿਹੜੀ ਚੀਜ਼ ਹੈ ਨਾ ਉਹਦੇ ਸਾਨੂੰ ਵਿਰਸੇ 'ਚ ਮਿਲੀ ਹੈ ਮਨੁੱਖ ਨੂੰ। ਹਉਮੈ ਰੋਗ ਮਾਨਸ ਕੋ ਦੀਨਾ, ਇਹਨੂੰ ਗੁਰੂ ਨਾਨਕ ਨੇ ਵੱਡਾ ਰੋਗ ਵੀ ਲਿਖਿਆ। ਵੱਡਾ ਰੋਗ ਕੀ ਹੁੰਦਾ? ਕੋੜ ਹੁੰਦਾ। ਆਦਮੀ ਬੜਾ ਹੰਕਾਰ ਨਾਲ ਹਮ ਬੜ ਕਬ ਕੁਲੀਨ ਹਮ ਪੰਡਤ ਹਮ ਜੋ, ਇਹ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਇਹ ਹਮਲਾ ਕਰ ਦਿੰਦਾ।
एक पारस भाग ग्रंथ है, ਉਹਦੇ 'ਚ ਲਿਖਿਆ ਹੈ ਕਿ ਜਿਹੜਾ ਸੂਖਮ ਹੰਕਾਰ ਹੈ ਨਾ, ਉਹ ਵੀ ਜਿਸ ਨਾਲ ਕੋੜ ਕਿਰਲਾ ਹੁੰਦਾ ਨਾ, ਉਹ ਬੜਾ ਧੌਣ ਚੁੱਕ ਕੇ ਰੱਖਦਾ, ਉਹਦਾ ਸਰੂਪ ਲਿਖਿਆ। ਇਹ ਜਿਸ ਵੇਲੇ ਅਸੀਂ ਇਸ ਸਕੂਲ ਵਿੱਚ, ਇਸ ਸਭਾ ਸੰਗਤ ਵਿੱਚ ਬੈਠਦੇ ਹਾਂ, ਇੱਥੇ ਅਸਾਂ ਇਹੋ ਹੀ ਵਿਚਾਰ ਕਰਨਾ ਕਿ ਇਹ ਸਾਡੇ ਅੰਦਰ ਤਾਂ ਨਹੀਂ ਹੈਗਾ। ਜੇ ਹੈਗਾ ਤਾਂ ਇਹਨੂੰ ਅਸੀਂ, ਜਦੋਂ ਅਸੀਂ ਆ ਕੇ ਸ਼ੁਰੂ ਕੀਤੀ ਹੈ ਸੰਗਤ, ਉਦੋਂ ਤੋਂ ਲੱਗ ਕੇ ਹੁਣ ਤੱਕ ਇਹਦੀ ਕਿੰਨੀ ਨਿਵਰਤੀ ਹੋਈ ਹੈ, ਪਰ ਇਹਦੇ ਸੋਚਣ ਵਾਸਤੇ ਸਾਡੇ ਕੋਲ ਸਮਾਂ ਕਿੱਥੇ ਹੈ, ਵਕਤ ਨਹੀਂ ਹੈਗਾ। ਸਾਡੇ ਆਪਣੇ ਝਗੜੇ ਨੇ, ਰਿਸ਼ਤੇਦਾਰੀਆਂ ਨੇ, ਦੁਨੀਆਦਾਰੀ ਹੈ, ਪਰ ਉਹ ਮੌਕਾ ਪਤਾ ਨਹੀਂ ਕਿਸ ਦਿਨ ਆ ਜਾਣਾ ਜਿਹਦੇ ਵਾਸਤੇ ਲਿਖਿਆ ਹੈ, ਵਿਖ ਮਹਾ ਵਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸਤਾ ਨਾ ਪ੍ਰਵੇਤਨ। ਉੱਥੇ ਆਹ ਸੂਰਜ ਚੰਦਰਮਾ ਹੈ ਨਹੀਂ ਉੱਥੇ। ਤਾਂ ਕਰਦਲ ਕਰਨ ਮਹਾਬਲੀ ਤੈਨ ਆਗਰੜਾ ਮੈਂ ਰਹਿਣ ਨਾ ਜਾਏ। ਉਹ ਐਂ ਕਰਕੇ ਮਰ ਛੱਡਦੇ ਨੇ ਜਿਹੜੇ, ਉਹ ਉੱਥੇ ਨੇ ਜਿਨ੍ਹਾਂ ਦੇ ਅੱਗੇ ਆਦਮੀ ਖਲੋ ਨਹੀਂ ਸਕਦਾ। ਤਰਲੋਚਨ ਜੀ ਨੇ ਲਿਖਿਆ ਸ੍ਰੀ ਰਾਗ ਵਿੱਚ। ਉਹਦੇ ਤੋਂ ਜਿਹੜਾ ਬਚਾਅ ਹੋਣਾ ਨਾ, ਉਹ ਇੱਥੇ ਉਹਦੇ ਵਾਸਤੇ ਸੋਚਣਾ, ਜੋ ਅਸਾਂ ਭਜਨ ਕਰਨਾ, ਬਾਣੀ ਪੜ੍ਹਨੀ ਹੈ, ਇਸ ਵਾਸਤੇ ਕਰਨੀ ਹੈ। ਜਾਂ ਮਹਾਭਿਆਨ ਤਪਤ ਬਹੁ ਕਾਮ ਤਾਂ ਹਰ ਕੇ ਨਾਮ ਕੀ ਤੁਝ ਉੱਪਰ ਸ਼ਾਮ। ਜਹਾ ਤ੍ਰਿਖਾ ਮਨ ਤੁਝਾ ਕਰਖਾ ਤਾਂ ਨਾਨਕ ਹਰ ਹਰ ਅੰਮ੍ਰਿਤ ਵਰਖਾ। ਜਹਾ ਪੰਥ ਤੇਰਾ ਕੋ ਨਾ ਸਜਾਨੂੰ, ਹਰ ਕਾ ਨਾਮ ਤਹਿ ਨਾਲ ਪਛਾਣੂ। ਇਕੱਲਾ ਹੀ ਜਾਂਦਾ ਬੰਦਾ, ਉੱਥੇ ਕੋਈ ਨਹੀਂ ਨਾਲ ਜਾ ਸਕਦਾ। ਤੁਹਾਨੂੰ ਪਤਾ ਕਸ਼ਟਾਂ ਵਿੱਚੋਂ ਲੰਘਦੇ ਹੋ ਤੁਸੀਂ, ਪਰਲੇ ਪਾਸੇ ਜਾ ਕੇ ਸਤਿ ਸ੍ਰੀ ਅਕਾਲ ਨਹੀਂ ਬੁਲਾ ਸਕਦੇ ਪਿਛਲਿਆਂ ਨੂੰ, ਪਰ ਉਹ ਜਿਹੜਾ ਥਾਂ ਇਹੋ ਜਿਹਾ ਉੱਥੇ ਬਿਲਕੁਲ ਕੋਈ ਨਹੀਂ। ਉਹ ਸਾਧ ਸੰਗਤ 'ਚ ਆ ਕੇ ਭਜਨ ਬਾਣੀ ਕਰਕੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਪ੍ਰਾਪਤ ਹੋ ਸਕਦੀ। ਤੁਸੀਂ ਅੱਜ ਹੀ ਸਤਿਗੁਰਾਂ ਦੇ ਉਪਦੇਸ਼ ਸੁਣਿਆ, ਜਿਹੜੀ ਦੁਨੀਆਦਾਰੀ ਦੀ ਮਾਇਆ ਉਹ ਵੀ ਇੱਥੇ ਆ ਕੇ ਪਿੱਛੇ ਆ ਜਾਂਦੀ ਹੈ। ਸੱਚੇ ਪਾਤਸ਼ਾਹ ਦੇ ਉਪਦੇਸ਼ 'ਚ ਅੱਜ ਤੁਸੀਂ ਸੁਣਿਆ ਕਿ ਸੰਤ ਫੂਲਾ ਸਿੰਘ ਹੋਰੀ ਜਿਹੜੇ ਸਨ, ਸਿਰ ਤਰਲੋਕ ਸਿੰਘ ਹੋਰਾਂ ਦੇ ਪਿਤਾ, ਸਤਿਗੁਰਾਂ ਨੇ ਆਖਿਆ ਵੀ ਇਹਨਾਂ ਬੱਚਿਆਂ ਦੀ ਕੋਈ ਬਰਕਤ ਨਹੀਂ, ਉਹਨਾਂ ਦਿਆਂ ਦੀ, ਇਹ ਉਹਨਾਂ ਦੀ ਬਰਕਤ ਹੈ ਜਿਹੜੇ ਸੱਚੇ ਪਾਤਸ਼ਾਹ ਨੂੰ ਗੁਰਦਾ। ਮੇਰੇ ਨਾਲੋਂ ਉਮਰੋਂ ਵੱਡੇ ਨੇ, ਸਰੀਰੋਂ ਬਿਮਾਰ ਨੇ। ਜਦੋਂ ਮੈਂ ਆਸਾ ਦੀ ਵਾਰ 'ਚ ਆਉਣਾ, ਮੇਰੇ ਆਉਣ ਤੋਂ ਪਹਿਲਾਂ ਉੱਥੇ ਬੈਠੇ ਹੁੰਦੇ ਨੇ, ਮੈਂ ਹੈਰਾਨ ਹੋ ਜਾਂਦਾ। ਹੁਣ ਤੁਸੀਂ ਦੱਸੋ ਵੀ ਆਸਾ ਦੀ ਵਾਰ 'ਚ ਆਉਣ ਨਾਲ ਕਿਹੜਾ ਪੈਸਾ ਮਿਲਦਾ, ਪਰ ਪੈਸਾ ਉਹਦੇ ਮਗਰ ਆਉਂਦਾ। ਇਹੋ ਹੀ ਚੀਜ਼ ਜਿਹੜੀ ਸਮਝਣ ਵਾਲੀ ਹੈ ਸਾਧ ਸੰਗਤ ਦੇ ਵਿੱਚ ਆ ਕੇ, ਦੁੱਖ ਅਤੇ ਸੁੱਖ ਦੋਵੇਂ ਸੰਸਾਰ ਦੇ ਬਣੇ ਨੇ, ਜਿਨ੍ਹਾਂ ਵਿੱਚ ਆਦਮੀ ਪ੍ਰਵਿਰਤ ਹੁੰਦਾ। ਜਾਂ ਇਹ ਖੰਭ ਸਮਝ ਲਓ ਦੋਵੇਂ। ਲਿਖਿਆ ਕਿ ਹਰ ਕੇ ਨਾਮ ਬਿਨਾ ਦੁੱਖ ਪਾਵੇ। ਦੂਜੇ ਪਾਸੇ ਲਿਖਿਆ ਹਰ ਕੋ ਨਾਮ ਸਦਾ ਸੁਖਦਾਈ। ਇੱਕ ਰਾਜਾ ਸੀ, ਉਹਦਾ ਬੱਚਾ ਬਿਮਾਰ ਹੋ ਗਿਆ, ਬੜੀਆਂ ਦਵਾਈਆਂ ਕੀਤੀਆਂ, ਕੋਈ ਫਰਕ ਨਾ ਪਵੇ। ਕਰਦਿਆਂ ਕਰਦਿਆਂ ਕਿਸੇ ਨੇ ਆਖਿਆ, ਬਾਹਰ ਇੱਕ ਸਾਧੂ ਬੈਠੇ ਨੇ ਜਾਂ ਸਤਿਗੁਰੂ ਬੈਠੇ ਨੇ, ਉਹਨਾਂ ਨੂੰ ਜਾ ਕੇ ਪੁੱਛ। ਪਹਿਲੋਂ ਸਾਰਿਆਂ ਨੂੰ ਪੈਸੇ ਦੇ ਕੇ ਬੜਾ ਕੁਛ ਕੀਤਾ, ਕੋਈ ਚਾਰਾ ਨਹੀਂ ਉਹਦਾ ਚੱਲਿਆ। ਉਹਨੂੰ ਕਿਸੇ ਨੇ ਆਖਿਆ ਵੀ ਬੱਚਾ ਤੇਰਾ ਰਾਜੀ ਹੋ ਜਾਏਗਾ। ਉਹ ਸੰਤਾਂ ਨੇ ਆਖਿਆ 2 ਪੈਸੇ ਚਾਹੀਦੇ ਨੇ। ਉਹਨੇ ਆਖਿਆ 2 ਪੈਸੇ, ਸਾਰਾ ਖਜ਼ਾਨਾ ਤੁਹਾਡਾ? ਉਹਨੇ ਆਖਿਆ ਪੈਸੇ ਉਹਦੇ ਚਾਹੀਦੇ ਨੇ ਜਿਹਨੂੰ ਦੁੱਖ ਕੋਈ ਨਾ ਹੋਵੇ, ਜਿਹੜਾ ਸੁਖੀ ਹੋਵੇ। ਉਹਨੇ ਆਪਣੇ ਕੋਤਵਾਲ ਨੂੰ ਪੁੱਛਿਆ, ਵੱਡੇ ਵੱਡੇ ਜਰਨੈਲਾਂ ਨੂੰ ਪੁੱਛਿਆ ਕਿ ਕੋਈ ਝਗੜਾ ਦੱਸੇ ਘਰ ਵਿੱਚ। ਕੋਈ ਆਖੇ ਮੇਰੇ ਸਿਪਾਹੀ ਆਖੇ ਨਹੀਂ ਲੱਗਦੇ। ਸਾਰਿਆਂ ਕੋਲ ਭੌਂ ਕੇ ਫਿਰ ਉਹ ਆ ਗਿਆ। ਅਤੇ ਇੱਕ ਰਾਹ ਵਿੱਚ ਸਾਧੂ ਬੈਠੇ ਸਨ, ਉਹਨਾਂ ਕੋਲ ਗਿਆ ਅਤੇ ਉਹਨਾਂ ਨੂੰ ਜਾ ਕੇ ਉਹਨੇ ਅਰਜ਼ੀ ਕੀਤੀ ਭਈ ਮੇਰਾ ਬੱਚਾ ਬਹੁਤ ਬਿਮਾਰ ਹੈ ਅਤੇ ਉਹ ਤੁਸੀਂ ਰਾਜੀ ਕਰੋ। ਅਤੇ ਉਹਨਾਂ ਨੇ ਆਖਿਆ ਬਈ, ਉਹਨਾਂ ਨੇ ਪੁੱਛਿਆ ਵੀ ਮੈਨੂੰ ਤੁਸੀਂ ਦੁਖੀ ਹੋ ਕਿ ਸੁਖੀ ਹੋ? ਉਹਨਾਂ ਆਖਿਆ ਮੈਂ ਮਹਾਨ ਸੁਖੀ ਹਾਂ। ਉਹਨੇ ਆਖਿਆ ਹੁਣ ਗੱਲ ਬਣ ਗਈ। ਕਹਿੰਦਾ ਜੇ ਤੁਸੀਂ ਮਹਾਨ ਸੁਖੀ ਹੋ ਨਾ ਤਾਂ ਮੈਨੂੰ 2 ਪੈਸੇ ਦਿਓ। ਉਹਨੇ ਪੈਸਾ ਤਾਂ ਮੇਰੇ ਕੋਲ ਇੱਕ ਵੀ ਨਹੀਂ। ਵੀ ਇਹੋ ਹੀ ਦੁੱਖ ਦਾ ਕਾਰਨ ਹੈ ਸਾਰਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਉਹ ਇੱਥੇ ਆ ਕੇ ਸਾਧ ਸੰਗਤ 'ਚ ਆ ਕੇ ਫਿਰ ਘਰ ਬਹਿ ਕੇ
मैं ये कोशिश कर रहा क्योंकि सतगुਰਾਂ ਦੇ ਹੁਕਮ ਜਿਹੜੇ ਨੇ ਉਹ ਤਾਂ ਬੜਾ ਵੱਡਾ ਸਮੁੰਦਰ ਹੈ, ਉਹਨੂੰ ਮੰਨਿਆ ਜਾਏ ਤਾਂ ਬਹੁਤ ਵੱਡੀ ਗੱਲ ਹੈ। ਸਤਗੁਰਾਂ ਦੇ ਉਪਦੇਸ਼ ਇੱਕ ਰਿਕਾਰਡ ਹੋਇਆ ਵੀ ਸਾਡੇ ਸਿੱਖਾਂ ਦੇ ਬੱਚਿਆਂ ਵਿੱਚੋਂ ਕੁਝ ਨਾ ਕੁਝ ਰਾਗ ਦੀ ਖੁਸ਼ਬੂ ਜ਼ਰੂਰ ਆਉਣੀ ਚਾਹੀਦੀ ਹੈ, ਕਿਉਂਕਿ ਸਤਗੁਰਾਂ ਨੇ ਬਾਣੀ 'ਚ ਲਿਖਿਆ ਇਹ ਹੁਕਮ ਨਹੀਂ ਬੁਝਿਆ ਜਾਂਦਾ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ, ਰਾਗਾ ਨਾਦਾ ਬਾਹਰਾ ਇਨੀ ਹੁਕਮ ਨਾ ਬੁਝਿਆ ਜਾਏ। ਸਤਗੁਰਾਂ ਨੇ ਸਾਰੀ ਬਾਣੀ, ਬਹੁਤੀ ਬਾਣੀ ਰਾਗਾਂ ਵਿੱਚ ਉਚਾਰਨ ਕੀਤੀ ਹੈ। ਮੈਂ ਕੋਸ਼ਿਸ਼ ਕਰਦਾ ਪਰ ਅਜੇ ਮੇਰੇ ਕੋਲ ਪੂਰਾ ਨਹੀਂ ਆਇਆ ਜਾ ਰਿਹਾ ਉਸ ਕੰਮ 'ਚ, ਵੀ ਕੁਛ ਨਾ ਕੁਛ ਉਹਨਾਂ 'ਚ ਇਸ ਗੱਲ ਦੀ ਖੁਸ਼ਬੂ ਆਵੇ ਰਾਗ ਦੀ। ਬਾਣੀ ਸ਼ੁੱਧ ਕਰਨ ਦੀ ਵੀ ਕੋਸ਼ਿਸ਼ ਕਰੀਦੀ ਹੈ। ਬੰਗੋਖ ਵਿੱਚ ਵੀ ਕੁਛ ਬੱਚੇ ਬੱਚੀਆਂ ਪੰਜਾਬੀ ਪੜ੍ਹਾਉਂਦੇ ਨੇ। ਇੱਥੇ ਗੁਰਚਰਨ ਸਿੰਘ ਹੋਰੀ, ਇਹਨਾਂ ਦੀ ਸ਼ਾਇਦ ਲੜਕੀ ਹੈ, ਘਰੋਂ ਹੈ, ਇਹ ਬੜਾ ਉਦਮ ਕਰਕੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਂਦੇ ਨੇ, ਪਰ ਇਹ ਬੜਾ ਥੋੜ੍ਹਾ ਹੈ। ਉਹਦਾ ਅਸਰ ਤੁਹਾਨੂੰ ਦੱਸਿਆ ਹਲਵਾਰਵੀ ਜੀ ਨੇ ਕੀ ਹੁੰਦਾ। ਇਹ ਇੱਥੇ ਦੱਸਣ ਵਾਲੀ ਗੱਲ ਨਹੀਂ, ਮੈਨੂੰ ਪਤਾ ਜਾਂ ਤੁਹਾਨੂੰ ਜਿਹਨਾਂ ਜਿਹਨਾਂ ਨੂੰ ਪਤਾ ਹੈ ਵੀ ਉਹ ਵੱਖਰੇ ਵੱਖਰੇ ਆ ਕੇ ਬੜੇ ਝੂਰਦੇ ਨੇ ਵੀ ਹੁਣ ਬੱਚੇ ਸਾਡੇ ਆਖੇ ਨਹੀਂ ਲੱਗਦੇ। ਉਹਨਾਂ ਨੇ ਜਿਸ ਸੰਗਤ 'ਚ ਰਹਿਣਾ ਉਹਨਾਂ ਨੇ ਉਹਦੇ ਆਖੇ ਲੱਗਣਾ। ਕੋਈ ਅਮਰੀਕਾ ਚਲਾ ਗਿਆ, ਕੋਈ ਵਿਲਾਇਤ ਚਲਾ ਗਿਆ, ਮੇਰਾ ਬੱਚਾ ਬੈਰਿਸਟਰ ਬਣ ਗਿਆ, ਮੇਰਾ ਬੱਚਾ ਵਕੀਲ ਬਣ ਗਿਆ, ਮੇਰਾ ਬੱਚਾ ਆਹ ਕੁਝ ਬਣ ਗਿਆ, ਅਤੇ ਉਹ ਕੱਖ ਵੀ ਨਹੀਂ ਰਹਿ ਗਿਆ। ਅਤੇ ਉਹ ਨਿਸ਼ਾਨ ਆਪਣਾ ਕਾਇਮ ਕਰਨ ਵਾਸਤੇ ਤਾਂ ਬੱਚਾ ਬਣਾਇਆ ਸੀ, ਅਤੇ ਬੱਚਾ ਪਤਾ ਹੀ ਨਹੀਂ ਬੱਚੇ ਨੂੰ ਵੀ ਮਾਂ ਪਿਓ ਕਿੱਥੇ ਨੇ। ਉਹ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੇ ਨੇ, ਆਪਣੀ ਮਰਜ਼ੀ ਨਾਲ ਸਾਰੀ ਗੱਲ ਕਰਦੇ ਨੇ। ਸੋ ਇਹਦੇ ਵਾਸਤੇ ਬਚਪਨ ਬੱਚਿਆਂ ਦਾ ਜ਼ਰੂਰ ਸਵਾਰੋ, ਤਗੜੇ ਹੋ ਕੇ ਉੱਦਮ ਕਰੋ। ਘਰ ਵਿੱਚ ਬੱਚਿਆਂ ਨੂੰ ਇਹ ਦੱਸੋ ਕਿ ਹੁਕਮ ਦੇ ਵਿੱਚ ਚੱਲਣਾ, ਸਤਿਗੁਰਾਂ ਦੇ ਹੁਕਮ ਚੱਲਣਾ, ਉਦੋਂ ਸਭ ਪਿੱਛੇ ਹੈ ਚੀਜ਼। ਜਦੋਂ ਤੁਸੀਂ ਇਹ ਗੱਲ ਕਰੋਗੇ ਨਾ ਤਾਂ ਬੱਚੇ ਜ਼ਰੂਰ ਹੀ ਆਖੇ ਲੱਗਣਗੇ। ਆਪ ਹੀ ਅਰਦਾਸ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਬੈਠ ਕੇ ਉਹਨਾਂ ਨੂੰ ਉਪਦੇਸ਼ ਦਿਆ ਕਰੋ। ਵੇਖੋ ਰਾਜਾ ਜਨਕ ਜਿਹੜਾ ਉਹ ਰਾਜ ਕਰਦਾ ਹੋਇਆ ਬੜਾ ਵੱਡਾ ਭਗਤ ਹੋਇਆ। ਉਹਨੇ ਏਡਾ ਵੱਡਾ ਭਗਤ ਹੋਇਆ ਵੀ ਉਹਨੇ ਇੱਕ ਇਤਿਹਾਸ ਕਾਇਮ ਕੀਤਾ ਵੀ ਨਰਕਾਂ ਵਿੱਚੋਂ ਜੀਵ ਜੰਤ ਛਡਾਤੇ ਜਾ ਕੇ। ਇਹ ਕਰਦਾ ਨਾਲ ਉਹਦੇ ਘਰ ਵਾਲੀ ਵੀ ਕਰਦੀ ਸੀ, ਰਾਣੀ ਵੀ ਕਰਦੀ ਸੀ। ਸੱਚੇ ਪਾਤਸ਼ਾਹ ਦੇ ਉਪਦੇਸ਼ ਤੋਂ ਸੁਣਿਆ ਕਿ ਜਦੋਂ ਪਿਛਲੀ ਰਾਤ ਹੋਈ ਨਾ ਅਤੇ ਰਾਣੀ ਆਖਣ ਲੱਗੀ ਵੀ ਨੀਂਦ ਆਉਂਦੀ ਹੈ। ਰਾਜਾ ਆਖਣ ਲੱਗਾ ਫਿਰ ਲਿਆ ਚੱਕੀ ਲਿਆ। ਚੱਕੀ ਲਿਆਂਦੀ ਅਤੇ ਅਕਾਲ ਪੁਰਖ ਨੇ ਆ ਕੇ ਬਾਂਹ ਫੜ ਲਈ। ਉਹ ਰਾਜੇ ਇੰਨਾ ਭਜਨ ਕਰਨ ਵਾਲੇ ਸਨ। ਅਸੀਂ ਨਾਮਧਾਰੀ ਆਪਣੇ ਆਪ ਨੂੰ ਖਵਾਉਂਦੇ ਹਾਂ। ਅਤੇ ਇਸ ਤਰ੍ਹਾਂ ਦਾ ਨਾ ਹੋਵੇ ਭਈ ਸਭ ਤੋਂ ਮਾੜਾ ਜਿਹੜਾ ਆਦਮੀ ਹੋਵੇ ਨਾ ਉਹਨੂੰ ਆਉਂਦੇ ਨੇ ਭਲਵਾਨ ਜੀ। ਇਸ ਤਰ੍ਹਾਂ ਦੀ ਗੱਲ ਨਾ ਹਜ਼ਾਰਾ ਸਿੰਘ ਹੋਵੇ ਅਤੇ ਕੋਲ ਇੱਕ ਪੈਸਾ ਨਾ ਹੋਵੇ। ਸੋ ਤੁਸੀਂ ਆਪਾਂ ਨਾਮਧਾਰੀ ਹਾਂ, ਕੋਸ਼ਿਸ਼ ਕਰੋ ਵੀ ਸਤਿਗੁਰਾਂ ਦੇ ਅੱਗੇ ਅਰਦਾਸ ਕਰੋ ਵੀ ਸਾਨੂੰ ਜਿਸ ਨਾਮਧਾਰੀ ਬਣਾਇਆ ਅਤੇ ਅਸੀਂ ਉਹ ਆਚਰਣ ਵੀ ਆਪਣਾ ਕਾਇਮ ਕਰ ਸਕੀਏ, ਜਿਹਦੇ ਨਾਲ ਅਸੀਂ ਸਤਿਗੁਰਾਂ ਦੇ ਦਰਗਾਹ ਵਿੱਚ, ਸਤਿਗੁਰਾਂ ਦੀ ਦਰਗਾਹ ਵਿੱਚ ਸਤਿਗੁਰੂ ਜਾ ਹੋ ਕੇ ਹਾਜ਼ਰ ਹੋ ਸਕੀਏ। ਸਤਿਗੁਰਾਂ ਨੇ ਸਾਰੀਆਂ ਗੱਲਾਂ ਬਾਣੀ 'ਚ ਲਿਖ ਦਿੱਤੀਆਂ ਨੇ। ਜਿਹੜੇ ਬਹੁਤ ਗਰੀਬ ਜਾਪਦੇ ਨੇ ਵੇਖਣ ਨੂੰ, ਬਸਤਾ ਤੂਤੀ ਚੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਧਿਆਨ ਪ੍ਰਭਿੰਨਾ, ਮਿੱਤਰ ਨਾ ਏਠ ਤਨ ਰੂਪਹੀਨ ਕਾ ਸਾਕ ਨ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ, ਤਿਸकी ਧੂੜ ਮਨ ਉਦਰ ਹੈ ਪ੍ਰਭ ਹੋਏ ਸੋ ਪ੍ਰਸੰਨਾ। ਉਹ ਜਿਹੜਾ ਬਿਲਕੁਲ ਇਸ ਤਰ੍ਹਾਂ ਦੇ ਕੱਪੜਿਆਂ ਵਾਲਾ ਹੈ, ਉਹ ਭਜਨ ਕਰਨ ਵਾਲਾ ਹੈ, ਅਤੇ ਉਹਦੀ ਧੂੜੀ ਨਾਲ ਵੀ ਉਧਾਰ ਹੁੰਦਾ। ਜਿਸ ਨਾਮ ਹਿਰਦਾ ਸੋਈ ਵਡ ਰਾਜਾ, ਜਿਸ ਨਾਮ ਹਿਰਦਾ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦਾ ਤਿਸ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਮੈਂ ਇਹ ਕਰਕੇ ਆਪਣੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੇ ਉਪਦੇਸ਼ ਗੁਰਬਾਣੀ ਦਾ ਸ਼ਬਦ ਸੁਣਿਆ, ਮੇਰੇ ਸਾਹਿਬ ਦੇ ਵਿਚਾਰ ਸੁਣੇ ਨੇ। ਖੁਸ਼ੀ ਇਸ ਗੱਲ ਦੀ ਹੈ ਕਿ ਪਿੱਛੋਂ ਪੰਜਾਬ ਤੋਂ ਆ ਕੇ 6020 ਤੋਂ ਸਾਡਾ ਇੱਕ ਭਾਰਤੀ ਇਹ ਪੰਜਾਬੀ ਸਿੱਖ ਹੋ ਕੇ ਉਹਨਾਂ ਨੂੰ ਵੇਦ ਦੀ ਸੇਵਾ ਪ੍ਰਾਪਤ ਹੋਈ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹ ਗੋਰਿਆਂ ਦੇ ਉੱਤੇ ਰਾਜ ਕਰਦੇ ਨੇ। ਪਿਆਰ ਪ੍ਰੇਮ ਨਾਲ ਉਹਨਾਂ ਦੀ ਸੇਵਾ ਦਾ ਮੌਕਾ ਸਮਾਂ ਮਿਲਿਆ। ਜਦੋਂ ਇਹ ਨਹੀਂ ਮਿਲੇ ਉਦੋਂ ਵੀ ਇੰਨੀ ਸੇਵਾ ਕਰਦੇ ਨੇ। ਫਿਰ ਹੋ ਕੇ ਇਹਨਾਂ ਨਿਰਮਾਣਤਾ ਗੁਰੂ ਕਿਰਪਾ ਕਰਨ, ਸਾਡੇ ਜਿੰਨੇ ਸਿੱਖਾਂ ਦੇ ਪ੍ਰਬੰਧਕ ਨੇ ਉਹ ਪ੍ਰਬੰਧ ਜ਼ਰੂਰ ਕਰਨ, ਪ੍ਰਧਾਨ ਰਹਿਣ, ਮੈਨੇਜਰ ਰਹਿਣ, ਪਰ ਨਾਲ ਨਿਰਮਾਣਤਾ ਉਹਨਾਂ ਦੇ ਪ੍ਰਾਪਤ ਹੋਵੇ। ਇਹ ਪਤਾ ਲੱਗੇ ਕਿ ਸਾਡੇ ਅੰਦਰ ਸਿੱਖੀ ਦੀ ਕੁਝ ਭਾਵਨਾ ਹੈ। ਮੈਂ ਪਿਛਲੇ ਸ਼ਹਿਰਾਂ ਵਿੱਚ ਵੀ ਬੇਨਤੀ ਕੀਤੀ ਸੀ
ਇੱਥੇ ਵੀ ਬਹੁਤ ਸਾਥ ਹੁੰਦਾ। ਮੈਂ ਇਕੱਲੇ ਇਕੱਲੇ ਨੂੰ ਨਹੀਂ ਮਿਲ ਸਕਦਾ ਇੱਥੇ ਨੂੰ। ਮੈਂ ਬੇਨਤੀ ਕਰਦੇ ਹਾਂ ਵੀ ਮਿਹਰਬਾਨੀ ਦਾ ਜਿਹੜਾ ਪ੍ਰਤਾਪ ਹੈ ਉਹ ਬਹੁਤ ਵੱਡਾ ਹੈ। ਤੁਸੀਂ ਇੱਕ ਇਤਿਹਾਸ ਵਿੱਚ ਪੜ੍ਹਦੇ ਹੋ, ਗੋਂਦਵਾਲ ਸਾਹਿਬ ਇੱਕ ਮਾਈ ਕਾਰ ਕੱਢਦੀ ਸੀ, ਜਾਂਦੀ ਜਾਂਦੀ ਇਸ ਤਰ੍ਹਾਂ ਹੱਥ ਮਾਰ ਜਾਂਦੀ ਸੀ। ਉਹਨੂੰ ਪੁੱਛਿਆ ਇਹ ਕੀ ਕਰਦੀਆਂ? ਜਾ ਕੇ ਕਾਬਲ ਵਿੱਚ ਮੇਰਾ ਬੱਚਾ ਘੁੰਗੜੇ 'ਤੇ ਪਿਆ, ਮੈਂ ਉਹਨੂੰ ਘੁੰਗੜਾ ਦੇ ਕੇ ਜਾਂਦੀ। ਅੱਜ ਸਾਡੇ ਕੋਲ ਦੁਨਿਆਵੀ ਸੁੱਖ ਬੜੇ ਨੇ, ਪਰ ਉਹ ਕੰਪਿਊਟਰ ਸਾਡੇ ਕੋਲ ਨਹੀਂ ਰਿਹਾ ਜਿਸ ਨਾਲ ਮਾਈ ਬੱਚੇ ਨੂੰ ਘੁੰਗੜਾ ਉੱਥੇ ਛੁੱਟਾ ਦਿੰਦੀ ਸੀ ਕਾਬਲ ਵਿੱਚ। ਉਸ ਦੀ ਪ੍ਰਾਪਤੀ ਵਾਸਤੇ ਮਿਹਰਬਾਨੀ ਕਰਕੇ ਸਬਰਾਂ ਚਰਨਾਂ 'ਚ ਅਰਦਾਸ ਕਰੋ। ਅੱਜ ਦੁਨੀਆ ਬੰਬਾਂ ਦੇ ਬਰੂਦ ਦੇ ਭੱਠੇ ਦੇ ਉੱਤੇ ਬੈਠੀ ਹੈ, ਉਹਦੇ ਬਾਹਰ ਦੀ ਚੀਜ਼ ਹੈ। ਸਾਡੇ ਅੰਦਰ ਕਿੰਨੀਆਂ ਭੱਠੀਆਂ ਵੱਜਦੀਆਂ ਨੇ ਇੱਕ ਦੂਜੇ ਵਾਸਤੇ, ਈਰਖਾ, ਦਇਆ, ਵਕੀਲੀ, ਨਿੰਦਿਆ, ਚੁਗਲੀ, ਸਭ ਸੰਤੋਖ ਦਇਆ ਕਰਨ ਦੀ ਥਾਂ ਮਾਰ ਕੇ ਬੈਠਦੀਆਂ ਨੇ। ਇੱਥੇ ਇਹ ਲਿਖਿਆ ਇਹ ਜੋਤੀ ਸਾਹਿਬ ਉੱਥੇ ਖੜਾ ਨੇੜੇ ਵੀ ਲਾਗੋ ਪਾਏ ਜੀ। ਉਹ ਅੱਜ ਪਤਾ ਨਹੀਂ ਸਿੱਖਾਂ ਦੇ ਹੱਥੋਂ ਸਿੱਖੇ ਨਹੀਂ ਮਰਦੇ ਨੇ। ਤੋ ਮੈਂ ਤੁਹਾਨੂੰ ਇਹ ਕਰਨੀ ਸੀ ਕਿ ਜਿਹੜਾ ਸਰੀਰ ਦਿੱਤਾ ਸਬਰਾਂ ਨੇ ਉਹਦੇ ਨਾਲ ਦੁੱਖ ਤੇ ਸੁੱਖ ਨਾਲ ਦਿੱਤੇ ਹੋਏ, ਉਹਨਾਂ ਨੂੰ ਇਹ ਵਿਦਾਤ ਤੇਰੀ ਦਾ ਤਾਰ ਸਮਝ ਲਈਏ, ਸੁਖੀ ਰਹੀਦਾ। ਅਤੇ ਜਦੋਂ ਉਸ ਦੇ ਅੜਿੱਕਾ ਪਾਈਏ ਫਿਰ ਬੜਾ ਔਖਾ ਹੋਣਾ ਪੈਂਦਾ। ਮੇਰਾ ਦਿਲ ਦਾ ਆਪਰੇਸ਼ਨ ਜਿਹੜਾ ਹੋਇਆ, ਸਾਥ ਨੇ ਬਹੁਤ ਭਜਨਬਾਣੀ ਕੀਤਾ। ਇੰਨਾ ਦਿਲ ਲਾ ਕੇ ਕੀਤਾ ਕਿ ਇੱਥੋਂ ਟੈਲੀਫੋਨ ਜਾਂਦੇ ਸਨ ਵੀ ਹੁਣ ਤੁਸੀਂ ਆਪਦਾ ਭੋਗ ਪਾ ਲਿਓ, ਹੁਣ ਅਸੀਂ ਕੀ ਕਰਾਂਗੇ, ਸਾਨੂੰ ਸਮਝ ਨਹੀਂ ਆਉਂਦੀ, ਅਸੀਂ ਵਿਹਲੇ ਰਹਾਂਗੇ। ਇੰਨਾ ਜੀ ਉੱਭ ਗਿਆ ਉਹਦੇ ਵਿੱਚ। ਉਹਦਾ ਨਤੀਜਾ ਇਹ ਹੋਇਆ ਕਿ ਮੈਨੂੰ ਕੋਈ ਤਕਲੀਫ ਨਹੀਂ ਹੋਈ। ਸਬਰਾਂ ਨੇ ਕਿਰਪਾ ਕੀਤੀ, ਤੁਹਾਡੀ ਭਜਨਬਾਣੀ ਦੀ ਅਰਦਾਸ ਸੁਣੀ ਗਈ ਹੈ। ਤੁਹਾਡੀ ਅਰਦਾਸ ਨਾਲ ਸਬਰਾਂ ਦੇ ਨਾਲ ਕੋਈ ਤਕਲੀਫ ਨਹੀਂ ਹੋਈ। ਮੈਂ ਬਿਲਕੁਲ ਠੀਕ ਠਾਕ ਹਾਂ। ਜਿੰਨਾ ਵਜਨ ਮੇਰਾ ਪਹਿਲਾਂ ਸੀ ਆਪਰੇਸ਼ਨ ਤੋਂ 5 ਦਿਨ 7 ਦਿਨ ਜਿੰਨਾ ਜਦੋਂ ਫਿਰਿਆ, ਰੋਜ਼ ਬਾਅਦ 'ਚ ਤੋਲਦੇ ਰਹੇ ਨੇ, ਉਹਨਾਂ ਹੀ ਰਿਹਾ। ਮੈਂ ਬਲੱਡ ਨਹੀਂ ਲਿਆ। ਉਹਨਾਂ ਨਾਲ ਪਹਿਲਾਂ ਗੱਲ ਕਰ ਲਈ ਸੀ, ਕੋਈ ਰੋਮ ਨਹੀਂ ਕੱਟਣਾ, ਸਪੇਟ ਵਗੈਰਾ ਨਹੀਂ ਲਾਉਣੀ। ਅਤੇ ਨਰਸਾਂ ਜਿਹੜੀਆਂ ਨੇ ਉਹ ਮੇਲ ਹੋਣਗੀਆਂ, ਫੀਮੇਲ ਨਰਸ ਨਹੀਂ ਹੱਥ ਲਾਏਗੀ। ਸਬਰਾਂ ਕਿਰਪਾ ਕੀਤੀ ਹੈ। ਇਸ ਸਮੇਂ 'ਚ ਉਹਨਾਂ ਨੇ ਇਹ ਗੱਲ ਮੰਨ ਲਈ ਅਤੇ ਬੈਠੇ ਆਸਟ੍ਰੇਲੀਆ 'ਚ ਗੋਰਿਆਂ ਨੇ ਇਹ ਗੱਲ ਮੰਨੀ। ਸਾਡੇ ਬੰਦੇ ਮੰਨ ਵੀ ਲੈਣ ਚਾਹੁੰਦੇ ਨੇ, ਮੰਨ ਤਾਂ ਅਸੀਂ ਲਈਏ, ਪਰ ਇਹ ਕਿਉਂ ਨਹੀਂ ਕਰ ਦਿੰਦੇ ਇਸ ਤਰ੍ਹਾਂ? ਇਹਦੇ 'ਚ ਕੀ ਫਰਕ ਪੈ ਜਾਂਦਾ? ਸਾਡੇ ਦਾਦੀ ਜੀ, ਸਾਡੇ ਮਾਤਾ ਜੀਵਨ ਕੌਰ ਜੀ ਜਿਹੜੇ ਸਨ, ਕਿੱਕਰ ਦੀ ਦਾਤਣ ਨਾਲ, ਕਿੱਕਰ ਦੇ ਡੱਕੇ ਨਾਲ ਮਿੱਠਾ ਨਹੀਂ ਸਨ ਖੋਲ ਦਿੰਦੇ, ਨਾ ਦੁੱਧ ਵਿੱਚ ਨਾ ਸ਼ਰਬਤ ਵਿੱਚ। ਉਹਦਾ ਮਤਲਬ ਕੀ ਹੈ? ਉਹਦਾ ਮਤਲਬ ਇਹ ਕਿੱਕਰ ਦੇ ਸੱਤ ਦਾ ਅਤੇ ਮਿੱਠੇ ਦਾ ਸ਼ਰਾਬ ਬਣਦਾ। ਇੰਨਾ ਦੂਰ ਹੋ ਰਹਿਣਾ। ਜਿੰਨਾ ਜਿੰਨਾ ਬਰੀਕ ਹੋ ਜਾਂਦਾ ਆਦਮੀ, ਓਨਾ ਹੀ ਉਹ ਚੰਗਾ ਸਮਝਣ ਲੱਗ ਪੈਂਦਾ। ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ। ਅਤੇ ਸਾਡੇ ਪੰਜਾਬੀ ਹੋ ਕੇ, ਸਿੱਖ ਹੋ ਕੇ, ਅਮਰਜੀਤ ਸਿੰਘ ਹੋਰਾਂ ਨੂੰ ਮਿਹਰ ਦੀ ਸੇਵਾ ਮਿਲੀ ਹੈ। ਬਹੁਤ ਕਿਰਪਾ ਕਰੇ ਇਹ ਇਹੋ ਜਿਹੀ ਵਧੀਆ ਇੱਕ ਲੀਹ ਪਾ ਜਾਣ, ਦੂਸਰੇ ਮਿਹਰ ਆਉਣ ਤੇ ਆਖਣ ਵੀ ਅਮਰਜੀਤ ਚਾਹੀਦਾ ਹੈ। ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਾਂ ਜਿਨ੍ਹਾਂ ਨੇ ਭਜਨਬਾਣੀ ਕਰਕੇ ਮੇਰੇ ਆਪਰੇਸ਼ਨ ਦੀ ਕੋਈ ਤਕਲੀਫ ਨਹੀਂ ਹੋਣ ਦਿੱਤੀ। ਸਬਰਾਂ ਕਿਰਪਾ ਕੀਤੀ। ਇਹ ਮੈਂ ਕਰਦਾ ਵੀ ਇੱਕ ਇੱਕ ਘੰਟਾ ਨਾਮ ਸਿਮਰਨ ਬਹੁਤ ਜ਼ਰੂਰੀ ਹੈ ਇਸ ਸਮੇਂ ਵਿੱਚ। ਖਾਸ ਕਰਕੇ ਇਸ ਵੇਲੇ ਸਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਫੌਜਾਂ ਜ਼ਬਰਦਸਤੀ ਕਬਜ਼ਾ ਕਰ ਰਹੀਆਂ ਨੇ। ਨਾਮ ਸਿਮਰਨ ਕਰਕੇ ਸਬਰਾਂ ਨੂੰ ਅੰਦਰ ਵਸਾਓ, ਅਰਦਾਸ ਕਰਿਆ ਕਰੋ। ਕਾਮ ਕ੍ਰੋਧ ਲੋਭ ਝੂਠ ਨਿੰਦਾ ਇਸसे आप छुड़ाओ, ये भीतर से इनको डारो, अपन निकट बुलाओ, अपनी विद आप जनाओ, आज दिन मंगल गावो, फिसर ना ही कबो हुई ते ये विद मन में पाओ, मैं ये करके ਉਹਨਾਂ ਦਾ ਗੱਜ ਆਖੋ ਤਾਂ ਸਿੰਘ ਸਤਿਗੁਰੂ ਪ੍ਰਤਾਪ ਸਿੰਘ। ਅੱਗੇ ਵੀ ਇਹ ਬਾਣੀ ਤੁਹਾਨੂੰ ਸੁਣਾਈ ਹੈ ਕਈ ਵਾਰ।
ਜਿਨੀ ਤੁਮਨੋਂ ਧਨ ਕਹਿਆ ਤਿਨ ਜਮ ਨੇੜ ਨਾ ਆਇਆ। ਉਸ ਥਾਂ ਤੋਂ ਸਬੂਤ ਨੂੰ ਛਡਾਉਂਦਾ, ਇੱਥੇ ਹੱਥ ਨਾ ਆਖੜਾ ਭੂਕ ਨਾ ਦੁਨੀਆ ਪੁਕਾਰ, ਉੱਥੇ ਸਰਕੁਲ ਬੇਲੀ ਹੋਵੇ ਕੱਢ ਲੈ ਅੰਤੀ ਵਾਰ। ਉਹ ਸਤਿਗੁਰਾਂ ਬੜੀ ਕਿਰਪਾ ਕੀਤੀ ਹੈ, ਸਾਡੇ ਮਨ 'ਤੇ ਵਸੇ ਨੇ ਅਤੇ ਇਹ ਜਪ ਪ੍ਰਯੋਗ ਸ਼ੁਰੂ ਹੋਏ ਨੇ। ਇਹ ਜਪ ਪ੍ਰਯੋਗ ਦਾ ਭੋਗ ਪਿਆ ਅਤੇ ਅਗਲਾ ਜਪ ਪ੍ਰਯੋਗ ਸਤਿਗੁਰਾਂ ਦੀ ਕਿਰਪਾ ਨਾਲ ਸ਼ੁਰੂ ਹੋ ਗਿਆ। ਦੋ ਹੀ ਗੱਲਾਂ ਸਪਸ਼ਟ ਰੂਪ ਵਿੱਚ ਬਾਣੀ ਸਾਡੇ ਸਾਹਮਣੇ ਆਉਂਦੀਆਂ ਨੇ। ਹਰ ਕੇ ਨਾਮ ਬਿਨਾ ਦੁੱਖ ਪਾਵੈ, ਹਰ ਕੋ ਨਾਮ ਸਦਾ ਸੁਖਦਾਈ। ਤੁਸੀਂ ਪੱਖੇ ਲਾਏ ਨੇ ਗਰਮੀਆਂ 'ਚ, ਸਾਨੂੰ ਉਹ ਸੁੱਖ ਦਿੰਦੇ ਨੇ। ਹੀਟਰ ਲਾਓ ਵਿੱਚ ਸਿਆਲ ਦੇ ਸੁੱਖ ਦਿੰਦੇ ਨੇ, ਪਰ ਹਰ ਕੋ ਨਾਮ ਸਦਾ ਸੁਖਦਾਈ। ਉਹ ਸਤਿਗੁਰਾਂ ਦੀ ਕਿਰਪਾ ਨਾਲ ਤੁਹਾਡੇ ਮਨ 'ਤੇ ਵਸੇ ਨੇ ਸਤਿਗੁਰੂ, ਤੁਸੀਂ ਆ ਕੇ ਇੱਥੇ ਨਾਮ ਸਿਮਰਨ ਕਰਦੇ ਹੋ। ਛੋਟੇ ਛੋਟੇ ਬੱਚੇ ਐਕਟਿੰਗ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ ਵੀ ਜਿਸ ਵੇਲੇ ਜੇ 100 ਸਿੰਘ ਆਇਆ ਨਾ ਅਤੇ ਬੱਚੇ 150 ਦੇ ਕਰੀਬ ਹੋ ਜਾਂਦੇ ਨੇ। ਜਿੰਨੇ ਜਿੰਨੇ ਸਿੰਘ ਵੱਧਦੇ ਨੇ ਬੱਚੇ ਉਦੋਂ ਵੱਧ ਆ ਕੇ 3 ਸਾਲ ਤੋਂ 8 ਸਾਲ ਤੱਕ ਦੇ ਬੱਚੇ ਸਵੇਰੇ 2 ਵਜੇ ਆ ਕੇ ਬੈਠ ਜਾਂਦੇ ਨੇ। ਕਈਆਂ ਨੂੰ ਤਾਂ ਫਟ ਫਟ ਕੇ ਉਠਾਈਦਾ ਕਿ ਤੁਸੀਂ ਹੁਣ ਬਸ ਕਰਕੇ ਚਲੇ ਜਾਓ। ਇਹ ਇਸੇ ਤਰ੍ਹਾਂ ਹੀ ਹੈ। ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆ ਰੱਬ ਨਾ ਪੁੱਜਣ ਤੁਧ। ਇਸ ਵੇਲੇ ਸੰਸਾਰ 'ਤੇ ਬਹੁਤ ਤ੍ਰਿਸ਼ਨਾ ਦੀ ਅੱਗ ਲੱਗੀ ਹੈ। ਇਹਦੇ ਵਾਸਤੇ ਸੁਖਮਨੀ ਸਾਹਿਬ ਵਿੱਚ ਤੁਸੀਂ ਪੜ੍ਹਦੇ ਹੋ ਰੋਜ਼, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝੈ, ਜੇ ਬੁਝੈ ਪ੍ਰਭ ਕਾ ਸਿਮਰਨ ਸਭ ਕੁਝ ਸੁਝੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋ ਰਿਹਾ, ਪਰੇ ਪਰੇ ਹੀ ਕੋ ਰੁਝੀ ਹੈ। ਇਹ ਇਸ ਪਾਸੇ ਸਾਡਾ ਮਨ ਜਾਂਦਾ ਹੈ। ਇਸ ਕਰਕੇ ਅਸੀਂ ਇਸ ਹਾਲਤ ਵਿੱਚ ਪ੍ਰਵਿਰਤ ਹੋ ਜਾਂਦੇ ਹਾਂ। ਜਬ ਕਛ ਪਾਵੈ ਤਬ ਗਰਭ ਕਰਤਾ ਹੈ, ਮਾਇਆ ਗਈ ਤਬ ਰੋਗਨ ਲੱਗਦਾ ਹੈ। ਜਿਹੜੇ ਸਤਿਗੁਰੂ ਦੇ ਸੇਵਕ ਨੇ ਉਹਨਾਂ ਨੂੰ ਸਤਿਗੁਰੂ ਕਿਰਪਾ ਕਰਦਾ ਅਤੇ ਇੱਕ ਸੰਤੁਲਨ ਦੇ ਦਿੰਦਾ, ਇੱਕ ਬੈਲੈਂਸ ਦੇ ਦਿੰਦਾ। ਸਾਈਕਲ ਦਾ ਇੱਕ ਪਹੀਆ ਅੱਗੇ ਇੱਕ ਪਿੱਛੇ ਹੈ, ਪਰ ਜਿਹੜੇ ਚਲਾਉਣ ਜਾਣ ਉਹ ਸਫਰ ਕਰ ਲੈਂਦੇ ਨੇ, ਨਹੀਂ ਤਾਂ ਡਿੱਗ ਪੈਂਦੇ ਨੇ। ਬੜੀ ਹੈਰਾਨੀ ਦੀ ਗੱਲ ਹੈ, ਇੱਕ ਪਹੀਆ ਅੱਗੇ ਇੱਕ ਪਿੱਛੇ ਹੈ ਤਾਂ ਉਹ ਚੱਲਦਾ ਕਿਵੇਂ ਹੈ। ਅਤੇ ਇਸੇ ਤਰ੍ਹਾਂ ਹੀ ਜਿਹੜੇ ਸਤਿਗੁਰੂ ਦੇ ਸੇਵਕ ਹੋ ਜਾਂਦੇ ਨੇ ਉਹਨਾਂ ਦਾ ਉਹ ਆਪਣਾ ਕੁਝ ਰਹਿਣ ਨਹੀਂ ਦਿੰਦੇ। ਤਨ ਮਨ ਧਨ ਸਭ ਸੌਂਪ ਸਰੀਰ, ਸੋਈ ਸੁਹਾਗਣ ਕਹਿ ਕਬੀਰ। ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ। ਜਦੋਂ ਆਪਣੀ ਚੀਜ਼ ਨਹੀਂ ਤਾਂ ਫਿਰ ਦੁੱਖ ਨਹੀਂ। ਤੁਸੀਂ ਜਾਣਦੇ ਚੰਗੀ ਤਰ੍ਹਾਂ ਨਹੀਂ, ਆਪਣੀ ਕੁੱਤੀ ਮਰ ਜਾਏ ਅਤੇ ਬੜਾ ਦੁੱਖ ਲੱਗਦਾ। ਜੇ ਕਿਸੇ ਕਾਰ ਵਾਲੇ ਨੇ ਮਾਰੀ ਤਾਂ ਉਹਦਾ ਨੰਬਰ ਲੈ ਕੇ ਉਹਦਾ ਚਲਾਨ ਕਰਾਉਣ ਦੀ ਕੋਸ਼ਿਸ਼ ਕਰੀਦੀ ਹੈ। ਕਿਸੇ ਦਾ ਨਾਲ ਦੇ ਘਰ ਪੁੱਤਰ ਮਰ ਜਾਏ ਤਾਂ ਕਦੇ ਧਿਆਨ 'ਚ ਨਹੀਂ ਆਉਂਦਾ। ਕਬੀਰ ਜੀ ਨੇ ਲਿਖਿਆ, ਦਾਵਾ ਦਾਜਨ ਹੋਤ ਹੈ ਨਿਰਦਾਵਾ ਰਹਿ ਨਿਸ਼ਾਂਤ, ਜੋ ਜਨ ਨਿਰਦਾਵਾ ਰਹਿ ਸੋ ਗਨੈ ਇੰਦਰ ਸੋ ਰੰਗ। ਜਿਹੜਾ ਆਦਮੀ ਨਿਰਦਾਵੇ ਰਹਿੰਦੇ ਨਾ ਉਹ ਇੰਦਰ ਵਰਗੇ ਰਾਜੇ ਨੂੰ ਵੀ ਕੰਗਾਲ ਜਾਣਦਾ, ਭਾਵੇਂ ਇੰਨਾ ਵੱਡਾ ਰਾਜਾ ਉਹ ਹੋ ਜਾਂਦਾ ਸਤਿਗੁਰਾਂ ਦਾ ਹੁਕਮ ਮੰਨ ਕੇ। ਬੜੇ ਬੜੇ ਤਿਆਗੀ ਲਿਖੇ ਨੇ, ਪਰ ਜਿਹੜੇ ਸਤਿਗੁਰੂ ਰਾਮ ਸਿੰਘ ਨੇ, ਸਤਿਗੁਰੂ ਪ੍ਰਤਾਪ ਸਿੰਘ ਦੇ ਵੇਲੇ ਇੱਕ ਸੌਣ ਸਿੰਘ ਸਿੱਖ ਸੀ, ਗੁਜਰਾਂ ਵਾਲੇ ਜ਼ਿਲ੍ਹੇ ਮਨੇਸ ਪਿੰਡ ਸੀ, ਉੱਥੋਂ ਦਾ ਸੀ ਸੌਣ ਸਿੰਘ। ਉਹ ਵਰਨੀਆਂ 'ਚ ਲੱਗਾ ਅਤੇ ਜੀਵਨ ਨਗਰ, ਅਤੇ ਵਰਨੀਆਂ ਵਾਲਿਆਂ ਨੂੰ ਰਸਤ ਮਿਲਦੀ ਸੀ ਸੇਵ ਕਿਉਂ ਜਾਂ ਜਿਹਨੇ ਰਸਤ ਉਹਨਾਂ ਨੂੰ ਮਿਲਦੀ ਸੀ ਉਹ ਸਾਰੇ ਪ੍ਰਾਪਤ ਕਰਦੇ ਸਨ। ਅਤੇ ਉਹਦੀ ਆਦਤ ਸੀ ਵੀ ਉਹ ਰਸਤ ਲਿਆ ਕੇ ਇਹਨਾਂ ਦੇ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੰਦਾ ਸੀ ਅਤੇ ਉਹਨੇ ਆਖਣਾ ਵੀ ਕਿਸੇ ਸਾਧ ਨੂੰ ਦਿਓ, ਮੇਰਾ ਜਿਹੜਾ ਭਜਨ ਬਾਣੀ ਵਾਸਤੇ ਮੈਨੂੰ ਮਿਲਦੀ ਭਜਨ ਬਾਣੀ ਮੇਰਾ ਵੈਸੇ ਹੀ ਕਰਨਾ ਕੰਮ ਬਣਦਾ, ਇੱਥੇ ਆ ਕੇ ਮੈਂ ਸੇਵਾ ਕਰਨਾ ਮੇਰਾ ਕੰਮ ਬਣਦਾ। ਇਹਦੀ ਉਜਰਤ ਮੈਂ ਨਹੀਂ ਲੈਣੀ, ਕਿਸੇ ਹੋਰ ਸਿੰਘ ਨੂੰ ਦੇ ਦਿਓ। ਤੁਸੀਂ ਇਹ ਦੇਖੋ, ਅੰਦਾਜ਼ਾ ਲਾਓ ਕੋਈ ਆਪਣੇ ਮਨ ਕਿੱਥੇ ਕਿ ਇੱਕ ਦੂਜੇ ਤੋਂ ਖੋਹ ਕੇ ਵੀ ਕੋਸ਼ਿਸ਼ ਕਰਦੇ, ਫਲਾਣੇ ਨੂੰ ਨਹੀਂ ਮਿਲਦੀ ਮੈਨੂੰ ਕਿਉਂ ਨਹੀਂ ਮਿਲਦੀ।
ਫਲਾਣੇ ਨੂੰ ਨਹੀਂ ਮਿਲਦੀ, ਮੈਨੂੰ ਕਿਉਂ ਮਿਲਦੀ, ਇਸ ਪਾਸੇ ਨਹੀਂ ਮਨ ਲੱਗਦਾ, ਮਨ ਉਲਟੇ ਪਾਸੇ ਚੱਲਦੇ ਨੇ। ਤੁਸੀਂ ਬਾਣੀ ਕਈ ਵਾਰ ਪੜ੍ਹਦੇ ਹੋ, ਜਿਨ ਜਿਨ ਨਾਮ ਤੇ ਆਇਆ ਤਨ ਕੇ ਕਾਜ ਸਰੇ। ਕਾਜ ਇੱਥੇ ਵੀ ਟਰੈਕਟਰ ਮਿਲ ਗਿਆ, ਜ਼ਮੀਨ ਮਿਲ ਗਈ, ਸਰਦੇ ਨੇ, ਪਰ ਸਭ ਤੋਂ ਵੱਡਾ ਕਾਜ ਸਰਦਾ ਜਿਹੜਾ ਇਸ ਸੰਸਾਰ ਤੋਂ ਪ੍ਰਾਣੀ ਜਾਂਦਾ ਜਿਸ ਵੇਲੇ, ਉਸ ਵੇਲੇ ਜਿਨ੍ਹਾਂ ਵਾਸਤੇ ਲਿਖਿਆ ਹਰ ਦਰਗਾਹ ਹੈ ਗੁਰਸਿੱਖ ਪੈਨ ਆਈ ਹੈ, ਜਿਨ੍ਹਾਂ ਮੇਰਾ ਸਤਿਗੁਰੂ ਟੁੱਠਾ, ਜਿਨ੍ਹਾਂ ਦਾ ਸਤਿਗੁਰੂ ਖੁਸ਼ ਹੁੰਦਾ ਹੈ, ਉਹ ਉੱਥੇ ਜਾ ਕੇ ਕੱਪੜੇ ਪਹਿਨਾਉਣੀਆਂ ਉਹਨਾਂ ਨੂੰ ਮਿਲਦੇ ਨੇ। ਨਹੀਂ ਤਾਂ ਨੰਗਾ ਦੁੱਧ ਚਾਲਿਆ ਤਾਂ ਦਸਾ ਖਰਾ ਡਰਾਉਣਾ। ਜਿਹੜੇ ਸਤਿਗੁਰੂ ਤੋਂ ਬਿਨਾਂ ਸਤਿਗੁਰੂ ਤੋਂ ਲਾਂਭੇ ਹੁੰਦੇ ਨੇ, ਉਹਨਾਂ ਦਾ ਇਹ ਹਾਲਤ ਹੈ ਵੀ ਨੰਗਾ ਦੁੱਧ ਚਾਲਿਆ ਤਾਂ ਦਸਾ ਖਰਾ ਡਰਾਉਣਾ। ਸੋ ਤੁਸੀਂ ਅਰਦਾਸ ਕਰਿਆ ਕਰੋ, ਸਤਿਗੁਰੂ ਕਿਰਪਾ ਕਰਨ, ਸਾਡੇ ਮਨ 'ਤੇ ਵਸਣ, ਅਤੇ ਸਾਡੇ ਜਿਹੜੇ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕੋਈ ਨਵਾਂ ਬਿਲੀਵਿੰਗ ਸ਼ੁਰੂ ਹੋਣਾ, ਜਿਹੜਾ ਜਿਸ ਤਰ੍ਹਾਂ ਆਪਾਂ ਜਪ ਪ੍ਰਯੋਗ ਸ਼ੁਰੂ ਕੀਤਾ ਨਾ, ਪਿਛਲਾ ਖਤਮ ਕਰਕੇ ਤਾਂ ਹੁੰਦਾ ਸ਼ੁਰੂ ਕੀਤਾ, ਇਹਦੇ ਵਾਸਤੇ ਵੀ ਕੋਸ਼ਿਸ਼ ਕਰੋ ਕਿ ਜੋ ਪਿੱਛੇ ਹੋਇਆ ਉਹ ਸਾਡੇ ਸਤਿਗੁਰੂ ਕਿਰਪਾ ਕਰੇ ਬਖਸ਼ਿਸ਼ ਹੋਵੇ, ਅਤੇ ਅੱਗੇ ਵਾਸਤੇ ਅਸੀਂ ਇਹਨਾਂ ਪਾਪ ਕਰਮਾਂ ਤੋਂ ਬਚ ਜਾਈਏ। ਤੁਸੀਂ ਆਪਣੇ ਆਪਣੇ ਘਰਾਂ ਵਿੱਚ ਜਾ ਕੇ ਇੱਕ ਘੰਟਾ ਨਾਮ ਸਿਮਰਨ, ਇਹ ਦੇਖੋ ਤੁਸੀਂ ਵੀ ਤੁਹਾਡਾ ਜਿਹੜਾ ਪਰਿਵਾਰ ਦਾ ਜੀ ਹੈ ਉਹ ਕਿਹੜਾ ਨਾਮ ਸਿਮਰਨ ਨਹੀਂ ਕਰਦਾ। ਜਦੋਂ ਤੁਹਾਡਾ ਕੋਈ ਪਰਿਵਾਰ ਦਾ ਜੀ ਰੋਟੀ ਨਾ ਖਾਵੇ, ਤੁਹਾਨੂੰ ਕਾਫੀ ਤਕਲੀਫ ਹੁੰਦੀ ਹੈ, ਪਰ ਜਦੋਂ ਨਾਮ ਸਿਮਰਨ ਨਾ ਕਰੇ ਤਾਂ ਫਿਰ ਤੁਹਾਨੂੰ ਕੋਈ ਚਿੰਤਾ ਨਹੀਂ। ਕਈ ਬੜੇ ਖੁਸ਼ ਹੋ ਕੇ ਦੱਸਦੇ, ਮੇਰਾ ਮੁੰਡਾ ਤਾਂ ਵਕੀਲ ਬਣ ਗਿਆ, ਮੇਰਾ ਮੁੰਡਾ ਡਾਕਟਰ ਬਣ ਗਿਆ, ਪਰ ਕਦੇ ਇਹ ਵੇਖੋ ਵੀ ਸੰਤ ਬਣ ਗਿਆ ਕਿ ਨਹੀਂ ਬਣ ਗਿਆ। ਉਹ ਵਕੀਲ ਬਣੇ, ਡਾਕਟਰ ਬਣੇ, ਇਹ ਬਣਿਆ ਵੀ ਸਾਰੇ ਤੁਹਾਡੇ ਸਾਹਮਣੇ। ਹੁਣ ਹਾਕੀ ਵਾਲੇ ਬੱਚੇ ਆਏ ਨੇ, ਇਹ ਆਪਣੇ ਖਹਿਰਿਆਂ ਦੇ ਪੱਗਾਂ ਨਾਲ ਖੇਡਦੇ ਨੇ, ਅਤੇ ਇਹਨਾਂ ਦਾ ਨਾਮ ਬੜਾ। ਇੱਕ ਵਾਰ ਹਰਿਆਣੇ ਵਿੱਚ ਬੱਚੇ ਗਏ, ਅਤੇ ਉੱਥੇ ਸਾਡੇ ਬੱਚੇ ਜਿਹੜਾ ਕੱਦ ਛੋਟੇ ਸੀ ਅਤੇ ਉਹ ਦੂਸਰੇ ਵੱਡੇ ਸਨ ਜਿਹੜਾ, ਅਤੇ ਇਹਨਾਂ ਬੱਚਿਆਂ ਨੇ ਉਹਨਾਂ ਨੂੰ ਜਿੱਤ ਲਿਆ। ਜਿੱਤਿਆ ਜਿਸ ਵੇਲੇ ਦੇ ਇਹਨਾਂ ਕੋਲ ਉਸ ਵੇਲੇ ਗੜਵੇ, ਆਸਣ, ਪਊਏ, ਮਾਲਾ ਹੁੰਦੇ ਸਨ। ਉਹ ਆਪਣੇ ਇਹਨਾਂ ਦੇ ਜਿਹੜੇ ਗੜਵੇ ਨੇ, ਉਹਨਾਂ ਨੇ ਜਿਹੜਾ ਪਾਣੀ ਉਹ ਮੰਤਰ ਕਰਕੇ ਪਾਇਆ, ਤਾਂ ਕਰਕੇ ਜਿੱਤੇ ਨੇ। ਹੈ ਇਹ ਗੱਲ ਜਿਹੜਾ ਸਤਿਗੁਰਾਂ ਦਾ ਹੁਕਮ ਮੰਨਦਾ ਹੈ, ਉਹਦੇ ਮੁਕਾਬਲੇ ਦੂਸਰਾ ਨਹੀਂ ਆ ਸਕਦਾ। ਪਰ ਜੇ ਹੁਕਮ ਮੰਨਿਆ ਜਾਵੇ, ਹੁਕਮ ਮੰਨਿਆ ਹੋਇਆ ਪ੍ਰਵਾਨ, ਪਹਿਲਾਂ ਹੁਕਮ ਮੰਨੀ ਜਾਵੇ, ਫਿਰ ਉਸਦੀ ਪ੍ਰਵਾਨਗੀ ਹੋਵੇ। ਹੁਕਮ ਮੰਨਿਆ ਹੋਇਆ ਪ੍ਰਵਾਨ ਕਾ ਦਰਗਾਹ ਕਾ ਮਹਲ ਪਾਏ ਸੀ, ਖਸਮੈ ਭਾਵੈ ਸੋ ਕਰੇ। ਇਹ ਨਹੀਂ ਵੀ ਮੈਨੂੰ ਜੋ ਸਤਿਗੁਰਾਂ ਨੇ ਆਖਣਾ ਮੈਂ ਕਰਨਾ, ਜਿਹੜਾ ਉਹਨਾਂ ਨੂੰ ਚੰਗਾ ਲੱਗਦਾ ਨਾ ਉਹ ਕੀਤਾ ਜਾਵੇ ਆਪਣੇ ਆਪ ਹੀ। ਮਨ ਜਿਉ ਆਪਣੇ ਪ੍ਰਭ ਭਾਵੋ, ਨੀਚੋ ਨੀਚ ਨੀਚ ਅਤ ਨਾਨਾ ਹੋਏ ਗਰੀਬ ਬੁਲਾਵੋ। ਅਨਿਕ ਅਡੰਬਰ ਮਾਇਆ ਕੇ ਬਿਰਥੇ ਜਿਨ ਸੇ ਪ੍ਰੀਤ ਘਟਾਵੋ। ਜੋ ਆਪਣੋ ਸਵਾਮੀ ਸੁਖ ਮਾਨੈ ਤਾਂ ਮੈਂ ਸੁਭਾ ਪਾਵੋ। ਅਸੀਂ ਉਸ ਗੱਲ 'ਤੇ ਸੁਭਾ ਪਾਉਂਦੇ ਹਾਂ ਜਿਸ ਤਰ੍ਹਾਂ ਸਾਡੇ ਸਤਿਗੁਰੂ ਨੂੰ ਅਸੀਂ ਚੰਗੇ ਲੱਗੀਏ। ਉਹ ਇਹਨਾਂ ਸ਼ਹਿਰਾਂ ਪੱਗਿਆਂ ਨਾਲ ਦੇਸਾਂ ਪ੍ਰਦੇਸਾਂ ਵਿੱਚ ਜਾ ਕੇ ਜਿਨ੍ਹਾਂ ਨੇ ਵੇਖਿਆ, ਜਿਨ੍ਹਾਂ ਨੂੰ ਇਹ ਪਤਾ ਲੱਗਾ ਕਿ ਸਤਿਗੁਰੂ ਨਾਮ ਸਿੰਘ ਦੇ, ਸਤਿਗੁਰੂ ਪ੍ਰਤਾਪ ਸਿੰਘ ਦੇ ਸਿੱਖ ਨੇ, ਜਿਨ੍ਹਾਂ ਨੇ ਮਨ 'ਤੇ ਇਹ ਗੱਲ ਆਈ ਹੈ, ਉਹਨਾਂ ਦਾ ਵੀ ਭਲਾ ਹੁੰਦਾ। ਸਾਡੇ ਇੱਥੇ ਪੰਜਾਬ ਵਿੱਚ ਬਹੁਤ ਵੱਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੇ, ਪਰ ਅਜੇ ਤੱਕ ਕਿਸੇ ਨੇ ਸ਼ਹਿਰਿਆਂ ਪੱਗਾਂ ਨਾਲ ਨਹੀਂ ਧਿਆਨ ਕੀਤਾ ਵੀ ਸਾਡੇ ਬੱਚੇ ਖੇਡਣ ਜਾਂ ਕਿਸੇ ਕੰਮ 'ਤੇ ਜਾਣ। ਉਹ ਇਹ ਤਾਂ ਹੋਇਆ ਵੀ ਜਦੋਂ ਸਾਡੇ ਬੱਚੇ, ਮੇਰੇ ਖਿਆਲ 4 ਮੁੰਡੇ ਪਹਿਲਾਂ ਭੇਜੇ ਪਟਿਆਲੇ ਟ੍ਰੇਨਿੰਗ ਵਾਸਤੇ, ਅਤੇ ਉੱਥੇ ਉਹਨਾਂ ਨੇ ਆਖਿਆ ਵੀ ਤੁਸੀਂ ਨਾ ਸ਼ਹਿਰੇ ਤੁਹਾਡੇ ਨਿਕਲਾਂ ਚਾਹੀਦੀਆਂ ਨੇ। ਅਤੇ ਬੱਚੇ ਇਹਨਾਂ ਨੇ ਆਖਿਆ ਵੀ ਅਸੀਂ ਇਹ ਨਿਕਲਾਂ ਤਾਂ ਨਹੀਂ ਪਾਉਣੀਆਂ, ਸਾਨੂੰ ਟ੍ਰੇਨਿੰਗ ਨਾ ਲੈਣੀ ਪ੍ਰਵਾਨ ਹੈ। ਮੈਨੂੰ ਜਿਸ ਤਰ੍ਹਾਂ ਕੀਤਾ ਫਿਰ ਸਰਦਾਰ ਬੂਟਾ ਸਿੰਘ ਨੂੰ ਆਖਿਆ। ਸਰਦਾਰ ਬੂਟਾ ਸਿੰਘ ਨੇ, ਉਹ ਵੀ ਜਿਹੜਾ ਉੱਥੇ ਵੱਡਾ ਸੀ, ਉਹ ਪਟਿਆਲੇ ਖੇਡਾਂ ਵਾਲਾ, ਉਹ ਵੀ ਸਿੱਖ ਸੀ, ਅਤੇ ਉਹਨੂੰ ਆਖਿਆ ਅਤੇ ਤਾਂ ਮਸਾਂ ਪ੍ਰਵਾਨਗੀ ਮਿਲੀ। ਸਿੱਖਾਂ ਜਿਹੜੇ ਸਿੱਖ ਨੇ ਉਹ ਅਪਰਵਾਨ ਕਰਦੇ ਨੇ ਕਛਹਿਰੇ ਨੂੰ, ਗੁਰੂ ਗੋਬਿੰਦ ਸਿੰਘ ਦੇ, ਸਤਿਗੁਰੂ ਰਾਮ ਸਿੰਘ ਦੇ ਕਛਹਿਰੇ ਨੂੰ। ਪਰ ਇਹ ਸਾਡੀ ਮਾੜੀ ਨੀਤੀ ਹੈ ਜਿਹੜੀ ਸਾਨੂੰ ਹੇਠਾਂ ਲੈ ਕੇ ਜਾ ਰਹੀ ਹੈ। ਮੈਂ ਤੁਹਾਨੂੰ ਇਹ ਅਰਜ਼ ਕਰਾਂਗਾ ਵੀ ਤੁਹਾਨੂੰ ਅੱਗੇ ਵੀ ਕਈ ਵਾਰ ਦੱਸਿਆ ਵੀ ਜਿਹੜਾ ਸਤਿਗੁਰਾਂ ਦਾ ਹੁਕਮ ਨਹੀਂ ਮੰਨਦੇ, ਉਹ ਅਸੀਂ ਦੁੱਖ ਨੂੰ ਪ੍ਰਾਪਤ ਹੁੰਦੇ ਹਾਂ। ਔਰ ਕਿਸ ਤਰ੍ਹਾਂ ਦੇ ਦੁੱਖ ਨੂੰ ਪ੍ਰਾਪਤ ਹੁੰਦੇ ਹਾਂ, ਜਿਸ ਤਰ੍ਹਾਂ ਹੁਣ ਹੁਕਮ ਹੈ ਸਾਨੂੰ ਵੀ ਅਸਾਂ ਲੜਕੀ ਖੁੱਲ੍ਹਿਆਂ ਵੱਲ ਨਹੀਂ ਦੇਣੀ, ਨਾਮ ਤਾਂ ਨਹੀਂ ਦੇਣੀ, ਦਾਜ ਨਹੀਂ ਦੇਣਾ, ਅਤੇ
ਪਾਰਟੀ ਵਗੈਰਾ ਨਹੀਂ ਕਰਨੀ, ਤੇ ਫਿਰ ਵੀ ਅਸੀਂ ਕਿਸੇ ਨਾ ਕਿਸੇ ਰਾਹ ਕੱਢ ਕੇ ਤੇ ਮਨਮਤ ਕਰਨ ਵਾਸਤੇ ਪੂਰਾ ਯਤਨ ਕਰਦੇ ਹਾਂ। ਸੁਰਜੀਤ ਸਿੰਘ ਕੁੜਾਮ ਇੱਥੇ ਹੁੰਦਾ ਪਟਿਆਲੇ ਕੋਲ ਪਿੰਡ, ਉਹਦੇ ਤੁਸੀਂ ਆਪ ਪੁੱਛ ਲਿਓ ਬਚਾ ਜਾ ਕੇ। ਉਹਨੇ ਦੱਸਿਆ ਵੀ ਮੈਂ ਖਾਣਾ ਪੀਣਾ ਗਲਤ ਸ਼ੁਰੂ ਕਰ ਲਿਆ ਤੇ ਮੇਰੇ ਫੇਫੜੇ ਖਰਾਬ ਹੋ ਗਏ, ਬਿਮਾਰ ਹੋ ਗਿਆ। ਬਿਮਾਰ ਹੋਇਆ ਤੋਂ ਸਰੀਰ ਤੋਂ ਜੀਵ ਆਤਮਾ ਨਿਕਲਿਆ ਤੇ ਅੱਗੇ ਜਾ ਕੇ ਜਮਾਂ ਨੇ ਫੜ ਲਿਆ। ਸਹੁਰਾ ਨੇ ਛੁਡਾਇਆ, ਨਾਲ ਸਹੁਰਾ ਨੇ ਆਖਿਆ ਵੀ ਤੂੰ ਖਾਣਾ ਪੀਣਾ ਗਲਤ ਕਰ ਲਿਆ, ਤੂੰ ਕੁੜੀ ਖੁੱਲਿਆਂ ਨੇ ਮੰਗ ਦਿੱਤੀ ਹੈ। ਅੱਗੇ ਜਾ ਕੇ ਵੀ ਛੁਟਕਾਰਾ ਨਹੀਂ ਹੋਇਆ ਉਹਦਾ, ਕੁੜੀ ਖੁੱਲਿਆਂ ਨੇ ਮੰਗ ਦਿੱਤੀ ਹੈ। ਅਤੇ ਫਿਰ ਤੂੰ ਮੇਲਾ ਨਹੀਂ ਕਰਾਇਆ ਜਾਂ ਭਜਨ ਬਾਣੀ ਛੱਡ ਗਿਆ। ਉਹਦਾ ਇਹੋ ਜਿਹਾ ਮਨ ਖਰਾਬ ਹੋਇਆ ਵੀ ਉੱਥੇ ਵੀ ਨਹੀਂ ਮੈਂ ਆਖਿਆ ਵੀ ਮੈਂ ਕਹਾਂ ਤੂੰ ਗਲਤੀ ਨਹੀਂ ਕਰਾਂਗਾ। ਅਤੇ ਸੱਚੇ ਚਲੇ ਗਏ, ਉਹਨਾਂ ਨੇ ਫਿਰ ਫੜ ਲਿਆ ਆ ਕੇ। ਜਦੋਂ ਦੂਜੀ ਵਾਰ ਫੜਿਆ ਫਿਰ ਸਹੁਰਾ ਨੇ ਕਿਰਪਾ ਕੀਤੀ ਅਤੇ ਜਿਸ ਵੇਲੇ ਛੁਡਾਇਆ ਅਤੇ ਫਿਰ ਉਹਦਾ ਜੀਵ ਆਤਮਾ ਜਿਹੜਾ ਉਹ ਕਹਿੰਦਾ ਵੀ ਸਰੀਰ ਵਿੱਚ ਆ ਗਿਆ। ਉੱਠ ਕੇ ਇਸ਼ਨਾਨ ਕੀਤਾ, ਇਸ਼ਨਾਨ ਕਰਨ ਤੋਂ ਬਾਅਦ ਫਿਰ ਉਹ ਛੁੱਟੀ ਮਿਲੀ, ਉਹਨੂੰ ਵਾਪਸ ਗਿਆ ਘਰ ਹਸਪਤਾਲ ਵਿੱਚੋਂ। ਅਤੇ ਫਿਰ ਉਹਨੇ ਕੁੜੀ ਨਾਮਧਾਰੀਆਂ ਵੱਲ ਵਿਆਹੀ, ਮੇਲਾ ਵੀ ਕਰਾਇਆ, ਸਾਰਾ ਕੁਛ ਕੀਤਾ। ਮੇਰਾ ਸਿਰਫ ਕਹਿਣ ਦਾ ਮਤਲਬ ਇਹ ਹੈ ਵੀ ਇਹ ਅਸੀਂ ਸਮਝਦੇ ਹਾਂ ਵੀ ਇਹ ਸੰਸਾਰ 'ਤੇ ਇਹ ਜੋ ਕੁਛ ਹੈਗਾ, ਲੇਕਿਨ ਇਸ ਤੋਂ ਬਾਅਦ ਜਿਹੜਾ ਉਹ ਜਿਹੜੇ ਆ ਕੇ ਦੱਸਦੇ ਨੇ ਉਹਨਾਂ ਨੂੰ ਪਤਾ ਲੱਗਦਾ। ਇਸ ਵੇਲੇ ਕਸ਼ਟੋਂ ਤੋਂ ਪਰਲੇ ਪਾਸੇ ਬੰਦਾ ਹੋ ਜਾਏ ਫਿਰ ਉਹਨੂੰ ਪਿਛਲੇ ਨਾਲ ਗੱਲ ਨਹੀਂ ਕਰਨ ਦਿੰਦੇ। ਸਭਨਾਂ ਦੀ ਕਿਰਪਾ ਨਾਲ ਉਹਨੇ ਦੱਸਿਆ ਕਿ ਤੁਸੀਂ ਕਿਰਪਾ ਕਰੋ, ਨਾ ਕਿ ਮੁੰਡੇ ਕੁੜੀਆਂ ਨਾਮਧਾਰੀਆਂ ਨਾਲ ਰਿਸ਼ਤੇ ਕਰੋ, ਅਤੇ ਉਹਦੇ ਵਿੱਚ ਦਾਜ ਦਹੇਜ ਜਿਹੜੇ ਮਾੜੇ ਮੋਟੇ ਕੋਸ਼ਿਸ਼ ਕਰਦੇ ਹੋ ਬਈ ਉਹ ਨਾ ਕਰਿਆ ਕਰੋ। ਇਹ ਇਹੋ ਜਿਹੀ ਬਿਮਾਰੀ ਹੈ ਵੀ ਭਾਵੇਂ 5 ਰੁਪਈਏ ਦਾਜ ਦੇਣੇ ਜ਼ਰੂਰ ਨੇ, ਭਾਵੇਂ ਘਰ ਵਿੱਚ 1 ਰੁਪਈਆ ਨਾ ਹੋਵੇ, ਪਰ ਉਹ ਕਿਤੋਂ ਵੀ ਫੜ ਕੇ ਦੇਣੇ ਨੇ। ਇਹ ਕੰਮ ਨਾ ਕਰਿਆ ਕਰੋ। ਅਤੇ ਪਾਰਟੀ ਰੋਟੀ ਇਹ ਸਾਰਾ ਕੁਝ ਕੰਮ ਗਲਤ ਹੈ ਸਾਡੇ ਵਾਸਤੇ। ਜਿਸ ਤਰ੍ਹਾਂ ਸਾਨੂੰ ਲੋਕ ਆਉਂਦੇ ਨੇ ਕੋਸ਼ਿਸ਼ ਕਰੋ ਵੀ ਅਸੀਂ ਉਸ ਤਰ੍ਹਾਂ ਦੇ ਬਣ ਸਕੀਏ। ਇੱਕ ਸਾਧੂ ਸੀ, ਕਿਸੇ ਦੇ ਕੋਲ ਗਿਆ, ਉਹਨੂੰ ਪੁੱਛਿਆ ਵੀ ਤੇਰੀ ਕੀ ਅਵਸਥਾ ਹੈ? ਉਹਦਾ ਅਵਸਥਾ ਕੀ ਦੱਸਾਂ ਵੀ ਜਿਹੋ ਜਿਹਾ ਮੈਂ ਹੈਗਾ ਮੈਂ ਇਹੋ ਜਿਹਾ ਅਖਵਾ ਨਹੀਂ ਸਕਦਾ, ਅਤੇ ਜਿਹੋ ਜਿਹਾ ਲੋਕ ਮੈਨੂੰ ਆਉਂਦੇ ਨੇ ਉਹੋ ਜਿਹਾ ਮੈਂ ਬਣ ਨਹੀਂ ਸਕਿਆ। ਲੋਕ ਜਿਸ ਤਰ੍ਹਾਂ ਦਾ ਆਉਂਦੇ ਨੇ ਉਸ ਤਰ੍ਹਾਂ ਦਾ ਬਣੋ, ਸਹੁਰਾਂ ਦੇ ਪਾਸੇ ਲੱਗੋ ਤਾਂ ਕਿ ਸਾਡੀ ਜੀਵਨ ਯਾਤਰਾ ਸਫਲ ਹੋਵੇ ਅਤੇ ਅੱਗੇ ਜਾ ਕੇ ਵੀ ਚੰਗਾ ਥਾਂ ਮਿਲੇ। ਤੁਸੀਂ ਜਿਹੜੇ ਪੈਸੇ ਖਰਚ ਕਰਦੇ ਹੋ ਗਲਤ ਪਾਸੇ, ਉਹ ਉਹਨਾਂ ਨੂੰ ਤੁਸੀਂ ਆਪਣਾ ਦਸਵੰਧ ਜਿਹੜਾ ਤੁਹਾਡਾ ਉਹ ਪੂਰਾ ਘਰਾਂ 'ਚ ਕੱਢੋ। ਅਤੇ ਬਹੁਤ ਸਾਰੇ ਸਰੀਰ, ਇੱਕ 4 ਭਰਾ ਸਾਨੂੰ ਬੀਕਾਨੇਰ ਦੇ ਇਲਾਕੇ 'ਚ ਰਹਿੰਦੇ ਸਨ, ਗੰਗਾ ਨਗਰ ਦੇ ਜ਼ਿਲ੍ਹੇ 'ਚ, ਅਤੇ ਉਹਨਾਂ ਦੇ ਇੱਕੋ ਜਿਹੀ ਜ਼ਮੀਨ, ਇੱਕੋ ਜਿਹਾ ਮੋਗਾ। ਅਤੇ ਉਹਨਾਂ ਨੂੰ ਇੱਕ ਦੇ ਘਰ ਸਾਧ ਸੰਗਤ ਦਾ ਬਹੁਤ ਆਉਣ ਜਾਣ ਸੀ, ਸੰਬੰਧ ਕੱਢਦਾ ਸੀ, ਸਾਧ ਸੰਗਤ ਵਾਲੇ ਪਾਸੇ ਲੱਗਦਾ ਸੀ, ਉਹਦੀ ਆਮਦਨ ਜ਼ਿਆਦਾ, ਉਹਨੂੰ ਜਿੰਨੇ ਘੱਟ ਸਨ ਨੰਬਰਵਾਰ ਉਹਨਾਂ ਦੀ ਇਸੇ ਤਰ੍ਹਾਂ ਹੀ ਆਮਦਨ ਹੈਗੀ। ਸੋ ਇਹਨਾਂ ਗੱਲਾਂ ਵੱਲ ਧਿਆਨ ਕਰੋ ਅਤੇ ਇੱਕ ਦੂਜੇ ਨੂੰ ਬਾਂਹ ਫੜ ਕੇ ਉਠਾਓ। ਕੋਈ ਗਲਤੀ ਕਰਦਾ ਤੈਨੂੰ ਆਖੋ ਵੀ ਤੂੰ ਆਹ ਗਲਤੀ ਕੀਤੀ, ਚੱਲ ਕੇ ਸਾਧ ਸੰਗਤ ਦੀ ਬਖਸ਼ਾ ਲੈ। ਅਤੇ ਇਹ ਨਹੀਂ ਹੋਣਾ ਚਾਹੀਦਾ। ਉਸ ਸਹੁਰਾ ਦੇ ਉਪਦੇਸ਼ ਰਿਕਾਰਡ ਹੋਇਆ ਵੀ ਜੇ ਤਾਂ ਗੁਰੂ ਦਾ ਹੁਕਮ ਮੰਨਿਆ ਅਤੇ ਗੁਰਮੁਖ, ਅਤੇ ਜੇ ਮਨ ਦੇ ਆਖੇ ਲੱਗਾ ਤਾਂ ਮਨਮੁਖ। ਮੈਂ ਤੁਹਾਨੂੰ ਅਰਜ਼ ਕਰਾਂਗਾ ਵੀ ਰੋਮਾਂ ਦੀ ਬੇਅਦਬੀ ਕਿਸੇ ਤਰ੍ਹਾਂ ਨਾ ਕਰੋ, ਅਤੇ ਦਾਜ ਦਹੇਜ ਦਾ ਬੰਦ ਕਰੋ। ਸਣੇ ਕਿਸੇ ਇਸ਼ਨਾਨ, ਹੁਣ ਉਹ ਆਦਤ ਇਸ ਤਰ੍ਹਾਂ ਪੈ ਗਈ ਵੀ ਨਲਕੇ ਦੇ ਪਾਣੀ ਦਾ ਵੀ ਇਸ਼ਨਾਨ ਸਵੇਰੇ ਨਹੀਂ ਕਰਦੇ ਉੱਠ ਕੇ। ਦਿਨ ਚੜੇ ਸਭਨਾਂ ਨਾਲ ਬਾਰ-ਬਾਰ ਤੋਂ ਸੁਣਿਆ ਵੀ ਜਿਹੜਾ ਸਵਾ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਕੇ ਭਜਨ ਕਰਦਾ ਨਾ, ਉਹਨੂੰ 1.25 ਮਣ ਮੋਤੀ ਦਾਨ ਕੀਤੇ ਦਾ ਫਲ ਪ੍ਰਾਪਤ ਹੁੰਦਾ। ਤੁਸੀਂ ਇਹ ਹਿਸਾਬ ਲਾਓ 1.25 ਮਣ ਮੋਤੀ ਕਿੰਨੇ ਦੇ ਆਉਂਦੇ ਨੇ, ਉਹਨੂੰ ਫਲ ਪ੍ਰਾਪਤ ਹੋ ਜਾਂਦਾ ਜਿਹੜਾ ਇਹ ਕਰਦਾ। ਆਪਣੇ ਘਰਾਂ 'ਚ ਬੱਚਿਆਂ ਨੂੰ ਜੇ ਸਕੂਲ ਵਿੱਚ ਵਰਦੀ ਸਾਡੀ ਸਹੀ ਹੋਵੇ ਨਾ, ਅਤੇ ਮਾਤਾ ਪਿਤਾ ਇਹੋ ਜਿਹੀ ਕਿਰਪਾ ਕਰਦੇ ਨੇ ਅਤੇ ਸਕੂਲੋਂ ਜਾਂਦੇ ਹੀ ਬੱਚਿਆਂ ਨੂੰ ਦੂਜੇ ਕੂੜੇ ਪਵਾ ਦਿੰਦੇ ਨੇ। ਇਸ ਤਰ੍ਹਾਂ ਨਾ ਕਰਿਆ ਕਰੋ। ਮਾਤਾ ਪਿਤਾ ਨੂੰ ਚਾਹੀਦਾ ਕਿ ਬੱਚਾ ਗਲਤੀ ਕਰੇ ਵੀ। ਇੱਥੇ ਤਰਲੋਕ ਸਿੰਘ ਵੀ ਸ਼ਾਇਦ ਆਏ ਹੋਣੇ ਨੇ ਮੰਡੀ ਤੋਂ, ਇਹਨਾਂ ਦਾ ਪਤਾ ਨਹੀਂ ਕਿਹੜਾ ਮੁੰਡਾ ਸੀ, ਉਹ ਆਖੇ ਮੈਂ ਪੈਂਟ ਪਾਉਣੀ ਹੈ ਜਾਂ ਆਖਣ ਨਹੀਂ ਪਾਉਣੀ, ਅਤੇ ਉਹ ਆਖੇ ਮੈਂ ਰੋਟੀ ਨਹੀਂ ਖਾਣੀ। ਮੈਨੂੰ ਇਹਨਾਂ ਨੇ ਆਖਿਆ, ਮੈਂ ਕਿਹਾ ਉਹ ਨਾ ਖਾਵੇ ਰੋਟੀ, ਭੁੱਖ ਜ਼ਰੂਰ ਲੱਗਣੀ ਹੈ। ਕਰਦਿਆਂ ਕਰਾਉਂਦਿਆਂ ਉਹ ਮੰਨ ਗਿਆ। ਸਰਦਾਰ ਹਰੀ ਸਿੰਘ ਹੋਰੀ ਵਡਾਣਿਆਂ ਵਾਲੇ, ਇਹਨਾਂ ਦਾ ਛੋਟਾ ਲੜਕਾ ਜਗੀਰ ਸਿੰਘ, ਇਹ ਕਾਲਜ ਚਲਾ ਗਿਆ ਸਰਸੇ ਪੜ੍ਹਦਾ ਅਤੇ ਤੋਤੇ ਰੰਗੀ ਪੱਗ ਬੰਨ੍ਹ ਕੇ ਟੇਢੀ, ਜਦੋਂ ਮੇਰੇ ਸਾਹਮਣੇ ਆਇਆ ਤਾਂ ਮੈਨੂੰ ਬੜਾ ਭੈੜਾ ਲੱਗਾ। ਮੈਂ ਹਰੀ ਸਿੰਘ ਨੂੰ ਆਖਿਆ ਵੀ ਇਹਨੂੰ ਆਂਦਾ ਹੈ ਮੰਨਦਾ ਨਹੀਂ, ਮੈਂ ਇਹਨੂੰ ਕਾਲਜ 'ਚ ਹਟਾ ਲਿਆ। ਜਦੋਂ ਕਾਲਜ 'ਚ ਹਟਾ ਲਿਆ ਫੱਟ ਮੰਨ ਗਿਆ ਉਹ।
ਤੇ ਉਹ ਜਿੱਥੇ ਜਾ ਕੇ ਬਿਮਾਰ ਹੋਣਾ ਉੱਥੇ ਕਿਉਂ ਜਾਓ, ਤੁਸੀਂ ਜਾਓ ਹੀ ਨਾ ਉੱਥੇ, ਉਹ ਕੰਮ ਛੱਡੋ, ਉਹਦਾ ਰਾਹ ਛੱਡ ਦਿਓ। तो मैं ਤੁਹਾਨੂੰ ਇਹ अर्ज करनी थी कि घंटा नाम सिमरन खड़े किसी स्नान सूरजों ਪਹਿਲੋਂ ਇਹ ਜ਼ਰੂਰ ਕਰਿਆ ਕਰੋ। ਇਹ ਤੁਸੀਂ ਆਪਣੇ ਪਰਿਵਾਰ 'ਚ ਵੇਖੋ ਵੀ ਤੁਹਾਡੇ ਕਿੰਨੇ ਬੱਚੇ ਕਿੰਨੇ ਵਜੇ ਸਵੇਰੇ ਉੱਠਦੇ ਨੇ, ਕਿਹੜੇ ਨਹੀਂ ਉੱਠਦੇ, ਉਹਨਾਂ ਨੂੰ ਆਖੇ ਲਾਓ ਇਸ ਪਾਸੇ। ਤੇ ਇੱਕ ਮੈਂ अर्ज ਕਰਦਾ ਹੁਣੇ ਹੀ ਕੋਈ ਇੱਥੋਂ ਜਾ ਕੇ ਉੱਥੇ ਘਰ ਜਾਣ ਦੀ ਖੇਚਲ ਨਾ ਕਰੋ। ਇੱਥੋਂ ਜਿਹਨਾਂ ਜਿਹਨਾਂ ਜਾਣਾ ਸਭ ਨੂੰ ਖੁਸ਼ੀਆਂ ਨੇ, ਸਤਿਗੁਰੂ ਕਿਰਪਾ करे। कूटा माता की आशीष निम्ख न बिसरो तुमको, हरे हरे सदा बजाओ। सतगुरु को अन्न कहने का महात्म गुरबानी में लिखा है कि वो ऐसी जगह सतगुरु पहुंचता है और बचाता है जहाँ कोई परिवार का, अपने दोस्त मित्र का वहाँ पहुँचना नहीं हो सकता। लिखा है जिन्नी तुगनो धन कहया तिन जम नेड़ ना आया। आपने सतगुरु जी के बारे में, नामधारी मत के बारे में सुना है। नामधारी मत जो है वो सनातन मर्यादा का धारणी है और लोगों को इसके रास्ते पर लाने के लिए कोशिश करता है। आपने बहुत कुछ सुना है। औरतों को सतगुरु राम सिंह जी ने कैसे बचाया। ये जो लुधियाना के ज़िले के गरेवाल जाति के लोग और अमृतसर के ज़िले में संधू जाति के लोग जो थे, ये अपने घर में लड़की पैदा होती मार देते थे कि हमारा कोई जवाई क्यों बने। और सतगुरु राम सिंह जी ने कृपा की, ये इनको लड़कियों को मारना बंद किया। अगर अच्छी तरह सोचो तो औरतों को, सब औरतों को चाहिए कि अपने घर में सतगुरु राम सिंह जी की फ़ोटो लगा कर रखें, क्योंकि सतगुरु राम सिंह जी अगर बच्चियों को, लड़कियों को मारने से ना बचाते तो आजकल की ये औरतें शायद कितनी कम होती या ना होती। और सिख धर्म के मार्ग में आप इतिहास पढ़ो कि सतगुरु राम सिंह जी से पहले औरतों को, माताओं को अमृत नहीं छिकाते थे। सतगुरु राम सिंह जी ने इनको ये भी बराबरी दी और उनको अमृत की दात दी। और ऐसा कर दिया कि उनको मौत का भय नहीं था। सतगुरु प्रताप सिंह जी ने बताया, गुजरांवाले में एक माई रहती थी, उसके आखिरी दिन आए तो सतगुरु जी उसको मिलने के लिए गए तो ऊपर से चबारे से नीचे आकर कहने लगी कि मैंने बहुत कुछ दुनिया का देख लिया, अब मेरे को सतगुरु राम सिंह जी की कृपा से मौत का भय नहीं है, जब भी जी चाहे मैं जा सकता। मेरे देखने में ऐसा हुआ है कि दो माताएं भैनी साहब में आईं, उन्होंने कहा कि हम यहाँ मरना चाहती हैं दोनों ही, और दोनों ने शरीर भैनी साहब में त्यागा। उनका एक ही शमशान में उनका संस्कार हुआ। सबसे ज़रूरी चीज़ जो इस संसार से हमने लेनी है वो यही है कि हमारा जन्म और मरण का दुख जो है वो ख़त्म हो जाए। तो वो सतगुरु जी के दिए हुए नाम से होता है। उसका नाम लिखा है अमृत नाम। अमृत जो मृत्यु से रहित कर देता है नाम, अमृत नाम निधान है बिल पीवह पाई। आप जितने लोग अपने घरों में रहते हैं 10-5 लोग, सबको चाहिए एक घंटा बैठकर उस नाम का सिमरन किया जाए। संसार के काम जो हैं ये तो ख़त्म नहीं होते, आदमी ख़त्म हो जाता है। देश कमावन धन जोड़न की मनसा बीचा निकसे सास। हम देखते हैं जब हमें ज्ञान नहीं होता तो हम देखते हैं कि हमारा पड़ोसी जो है उसने तो बहुत बड़ा मकान बना लिया है और मैं उससे गरीब क्यों हूँ। ऐसी बातों को देखकर इनमें आदमी ख़त्म हो जाता है। कबीर जी ने लिखा है
कबीर राम नाम जान्यो नहीं, पाल्यो बहुत कुटाम्ब, धंधे ही में मर गए वो बाहर भई न बाम। तो मैं आपको अर्ज करना चाहता हूँ कि सदगुरु राम सिंह ने सबसे पहले अपने शरीर के जो व्यसन हैं इनसे इनको आज़ाद करवा दिया और उनको मौत का और किसी का भय नहीं रहा, जिसके कारण उन्होंने अपने पवित्र शरीर जो नाम जप कर पवित्र हुए थे उनका बलिदान दिया, जिसके कारण भारत को आज़ादी मिलने में बहुत सहूलत हुई। और उसी शस्त्र को लेकर महात्मा गांधी जी ने नामलवर्तों की, और ऐसे ही अफ्रीका में बहुत सारे देशों ने जिन्होंने बगैर किसी खून खराबे से आज़ादी दी, वो सदगुरु राम सिंह जी के चलाए हुए मत के कारण हुई। पंडित सुंदरलाल जी एक हुए हैं, वो बहुत विद्वान थे और भारत में अंग्रेजी राज बहुत बड़ी किताब लिखी है जो जपत हुई है अंग्रेज़ों के राज में। वो महनी साहब में आए और वहाँ देखा, अपनी परंपरा को देखा, तो उसके बाद के रिकॉर्ड भी हुए पड़े हैं। वो कहते हैं कि सदगुरु राम सिंह मेरे दादा गुरु हैं। तो अपने आप सवाल करते हैं कि आप पूछेंगे दादा गुरु कैसे हैं आपके, तो मैं कहता हूं कि मेरे गुरु महात्मा गांधी हैं, उनके गुरु सदगुरु राम सिंह हैं, उनसे ही मार्गदर्शन लेकर सारा काम महात्मा गांधी जी ने किया। तो हम सब लोग इकट्ठे होते हैं, बहुत गलत जगह में, शराब खाने में इकट्ठे होते हैं, जुए खाने में इकट्ठे होते हैं, लड़ाई झगड़े करते हैं। लेकिन इकट्ठे होने का जो इकट्ठे होने की जगह है वो है अपने घर में नाम सिमरन करो, सत्संग करो। गुरबाणी में लिखा है सत्संगत कैसी जानी है, जिथा एक को नाम बुखानी है, एक को नाम हुक्म है, नानक सतगुर दिया बुझाए जियो। एक कथा लिखी है कि एक राजा अपने शहर में राज करता था, रात को पुराने राजे वीर यात्रा करते थे कि किसी को कोई दुख तकलीफ तो नहीं। तो रात के समय में जब वो किसी गली बाजार में जा रहा था तो एक घर से उसको बड़ी रोने की आवाज़ आई, लड़की रो रही है। उसने देखा कि एक लड़की को एक थम्मे के साथ बांध कर उसका पिता मार रहा है। कारण ये था कि वो लड़की दूध बेचने जाती थी, रास्ते में संतों का डेरा पड़ता था, तो उसका पिता कहता था देख देख बेटा, वो जो पट्टे हुए आदमी हैं उनके घर में, वो पट्टियों के घर में नहीं, उनकी कथा नहीं सुननी, उनकी बात नहीं सुननी, उनके डेरे नहीं जाना। वो जाती और दूध बेचकर आ जाती। एक बार वहाँ देखा कि अच्छी साया है, ठंडी जगह है, तो उसने वो थोड़ा सांस लेने के लिए बैठ गई। तो वो जो बात कर रहे थे उसको वो ज़बान, वो लैंग्वेज तो उसको आती थी, लेकिन उसको बात की समझ नहीं पड़ रही थी। उसने कहा कि आप क्या कह रहे हो, मुझे समझ नहीं आ रहा। वो कहते हैं कि हम कह रहे हैं कि इस संसार में भगवान ने अपनी माया फैलाई हुई है, हम उसमें से भगवान को अलहदा करके देख रहे हैं कि उसको कैसे हम देखें। तो कहने लगी बात तो मैंने सुन ली, लेकिन समझ में मेरे फिर भी नहीं आया। तो फिर उन्होंने कहा कि हम ये करते हैं कि साच और झूठ मिला हुआ है, झूठ को अलहदा करके हम साच को देखने चाहते हैं। वो फिर कहने लगी जी मेरे समझ में नहीं आया। तो फिर वो कहने लगे कि तुम क्या काम करती हो? वो कहने लगी मैं दूध बेचती हूँ। तो उन्होंने पूछा कि दूध बेचती है, दूध में पानी डालती है? कहने लगे डालती हूँ। उन्होंने कहा कि ये जो पानी है ये झूठ है और दूध जो है साच है,
और हम यही इसी को लैदा करना चाहते हैं। तो उसकी समझ में बात आ गई, तो उसने कहा कि मैं दूध कहकर बेचती हूँ और पानी डालती हूँ, ये तो बहुत गलत काम है। उसके मन में आ गया, तो उसने दूध में पानी डालना बंद कर दिया। उसके पिता ने देखा कि ये तो लड़की गलत हो गई है, यह जरूर उन साधुओं के डेरे में गई होगी, ऐसा काम इसीलिए इसने किया है। तो एक ग्राहक आ गया, तो लड़की को कहा कि बर्तन साफ करके लाओ। तो बर्तन साफ सही रूप में साफ करके ले गई। तो उसका ये कोड वर्ड था, गुप्त शब्द ये था कि साफ करने का भाव है कि दूध बर्तन में पहले ही पानी डाल दो। तो दोबारा उसने कहा कि तेरे को कहा कि अच्छी तरह से साफ करके लाओ। उसने कपड़ा लिया और अच्छी तरह से बर्तन को साफ करके फिर वो ले गई। तो वो बहुत दुखी हुआ, उस ग्राहक के सामने उसको कह नहीं सकता था कुछ। जब वो ग्राहक चला गया तो रात को उसने थंब के साथ बांध लिया, उसको मारना शुरू किया कि तूने ये ऐसा काम क्यों किया है, मेरी इतनी रकम जाती रही, ऐसा हुआ। तो वो कहती है कि मैं तो नहीं पानी नहीं डालूंगी दूध में। तो वो कह रहा था तेरे को ऐसी जगह तेरी शादी करूंगा, सारी उम्र तुम दुखी रहेंगे। उन्होंने कहा कुछ भी कर, मैंने पानी नहीं दूध में मैंने डालना, ये झूठ नहीं करना मैं। तो राजा ने देखा कि वो लड़की को पीट रहा है। तो जब उसका टाइम कचहरी का हुआ तो राजा ने कचहरी में उस लड़की को पिता को बुला लिया। पहले तो लड़की को कहने लगा कि तू रात अपने पिता के कहना क्यों नहीं मान रही थी। उसने कहा ये मेरे को गलत बात कह रहा था, मैं बिल्कुल नहीं ये मानूंगी। तो फिर राजा ने सारी बात पूछी, तो उसके पिता को कहा अच्छा तुम घर को चला जाओ, ये लड़की मेरी है, मेरे लड़की के महलों में इसको मैं भेज देता हूँ और तुम घर को चला जाओ। तुम इसको ये ताड़ना दे रहा था कि तेरी शादी ऐसी जगह करूँगा जो जिससे तुम सारी उम्र दुखी रहे, मैं ऐसा नहीं होने दूँगा। वो लड़की राजा के महलों में चली गई, अपने लड़की के पास भेज दिया। कुछ समय व्यतीत हुआ तो राजा ने सोचा ये घर से आई है, कोई इसको तकलीफ, इसका मन उदास होगा। तो उसने पूछा जाकर लड़की के महलों में कि बेटा कोई तकलीफ, तू क्या चाहती है? उसने कहा मेरे को कोई तकलीफ नहीं, चाहती हूँ कि उन संतों की मेरे को संगत कराओ जिनकी थोड़ी सी संगत से मैं एक गुज्जर की, एक दूध बेचने वाले की लड़की से हटकर राजा की लड़की बन गई हूँ सत्संग करने से। तो सत्संग का इतना असर है, जो आदमी अगर वो उसका मन ठीक ना होता तो ये कह सकती थी देखो मैंने अच्छा सत्संग किया है, मेरे को मार पड़ी है और घर से दूर चली गई हूँ, लेकिन उसका मन साफ था, उसने ये बात कही। तो मेरा सिर्फ कहने का भाव यह है कि आप उन पुस्तकों की संगत करो जो साच की तरफ हमें ले जाएं, उन साधुओं की संगत करो जो भगवान की बात करें। तो इस संसार में मैंने आगे भी कई बार कहा है कि आज का समय साइंस विज्ञान बहुत चोटी पर है, चंद्रमा पे ले जाता है। कहते हैं कि अब से 2 वर्ष के बाद हर आदमी चंद्रमा पर उनके यान से जा सकेगा, बड़ी बात है, ठीक है ना। इससे आगे बड़ी सोचने वाली बात है। गुरु अर्जन जी ने लिखा है सोरठ राग में, सबना मरना आया विछोड़ा सबना। जो आदमी संसार पर पैदा होता है उसकी तारीख लिखी जाती है कि इस तारीख को ये मर जाएगा। मरण लिखाए मंडल में आए, लिखा कर आए हैं। आप लिखा कर आए हैं कि पासपोर्ट की इतनी तारीख है, उसके बाद आपको पासपोर्ट वापस ले जाकर उसका भी करना होगा। तो जो आदमी
संसार पर आता है उसको जाना ही है। जाने से पहले उसने क्या करना है, कहाँ जाना है, वहाँ जाकर क्या खाना है, ये बहुत ज़रूरी बात है समझने की। अगर वो नहीं करेगा तो उसके लिए अच्छा नहीं होगा। और मैं ये पूछता हूँ कि जो साइंटिस्ट चंद्रमा पर जाते हैं, जो जुपिटर ग्रह पर चले जाते हैं, बड़ी बात है, लेकिन उनसे पूछा जाए, आगे गुरु जी ने लिखा है, सबना मरना आया विछोड़ा सबना, पूछो जाए सियाणिया अग्गा मिलन किना। वो कौन से बुद्धिमान लोग हैं, उनसे पूछो कि आगे मिलना कैसे हो सकता है मरने के बाद। क्या वो साइंसदान जो चंद्रमा पर ले जाते हैं, जो जुपिटर पर ले जाते हैं, कुछ का कुछ दिखा देते हैं, क्या वो ये समझ सकते हैं? वो मानेंगे कि आगे किनका मिलना होगा, बता सकते हैं? नहीं बता सकते। वो आप जानते हैं कि आजकल के जो इंजीनियर लोग हैं वो पुल बनाते हैं, मकान बनाते हैं, सड़क बना देते हैं, उनके ऊपर लिख देते हैं कि इसकी इतनी अवधि है के बाद ये ख़त्म हो जाएगी। लेकिन वो जो अवधि लिखने वाले हैं अपनी अवधि के बारे में नहीं उनको पता। यही सोचना है, यही जानना है कि हमें पता चल जाए कि हम कहाँ से आए हैं, किस कारण आए हैं। कहते हैं भगवान राम जब वशिष्ठ जी के पास गए तो उन्होंने पूछा कहाँ से आए हैं, तो वो कहने लगे मैं भी यही पूछना चाहता हूँ कि मैं कहाँ से आया। यही नहीं कि मैंने वो जर्मनी से इधर लुधियाना में आ गया या दूसरी जगह, इधर से जब जाना है तो कहाँ जाना है और कहाँ से हम लोग आए हैं। सत्संग में बैठो, नाम का अभ्यास करो, ताकि साड़ा अंतस्करण जो है वो साफ हो जाए, तो हमें पता चल जाए कि हमने यहाँ आकर क्या करना है। यही नहीं कि इस देश में पैसे कम मिले हैं दूसरे देश में चले जाएंगे, दूसरे से कम मिले हैं तीसरे में चले जाएंगे। ये रुपया और ये सब जायदाद यहाँ छोड़नी ही पड़ेगी, इसको कोई भी आदमी साथ नहीं ले जा सकता। ये कायदा बना दिया है भगवान ने। बेशक वो आप भी इस शरीर में आता है तो वो भी अपने साथ ये चीज़ नहीं ले जाता, तो उसने कायदा बनाया है, वो उसके ऊपर पूरा उतरता है। तो मैं आप सबसे प्रार्थना करना चाहूँगा कि जो मांस, मदिरा, अंडे वगैरह, सिगरेट का प्रयोग करते हैं उनको छोड़ो। एक हमारा लड़का है, शिकागो में रहता है, गुरमीत सिंह उसका नाम है, वो एक हवाई जहाज़ में सफ़र कर रहा था, तो उसके साथ एक गोरा बैठा था अमेरिकन। तो उसने तो अपनी वेजिटेरियन प्लेट मंगवाई अपने नामधारी ने, तो उसने भी दूसरे ने भी ऐसे मंगवाई। तो उसने पूछा कि आप तो बहुत खाने पीने वाले लोग हैं, ये तुम ऐसा करते हो, तुम भी वेजिटेरियन हो? वो कहता है वेजिटेरियन तो हूँ, मैंने किसी साधु से मंत्र लिया है, तो उन्होंने कहा कि भगवान के मिलने के रास्ते में सबसे बड़ी अड़चन जो है ये मांस, मदिरा, अंडा वगैरह है, तो इसलिए मैं वो नहीं खाता। तो वो तो दूर की बात है। आप अब देखो, हरभजन सिंह जी योगी का नाम आपने सुना होगा। उन्होंने उनके ऊपर ऐसी सदगुरु की कृपा हुई है, लाखों ही गोरे लोगों को मांस, मदिरा छुड़ा दिया है, और सब अपने वेशभूषा में, भारतीय वेशभूषा में रहते हैं, दाढ़े खुले हैं, बाल सिर पर हैं, और कोई उनका इतना परहेज करते हैं मांस और शराब से। उनके लड़के, योगी जी के सेवकों के लड़के मसूरी में पढ़ते थे, तो वहाँ मांस, मदिरा का प्रयोग होता था। तो ये जो लड़के खाते पीते थे उनके साथ टेबल पर नहीं बैठते थे। फिर उन्होंने देखा कि हम इनसे मिलते हैं, इनसे बात करते हैं, उन्होंने उनसे बात भी करनी छोड़ दी, हम इनके साथ बोलेंगे भी नहीं। फिर उन्होंने देखा कि हमारे कपड़े तो साथ इकट्ठे धुलते हैं, तो उन्होंने अपना स्कूल इदारा बना लिया कि हमारे कपड़े भी इनके साथ नहीं धुलने चाहिए जो मांस, मदिरा का प्रयोग करने वाले हैं। तो ये क्यों होता है? ये तब होता है जब आप थोड़ा ज़्यादा समझने लग जाते हैं कि जो लोग डॉक्टर लोग हैं, जो काम करते हैं, वो बारीकी में जब जाते हैं तो उनको छोटी छोटी चीज़ का भी पता चल जाता है। तो ऐसे ही मैं सिर्फ प्रार्थना करूँगा
कि किसी अपने धर्म में जो है मांस शराब की विरोधता की है, खाने का बिल्कुल नहीं लिखा। हमारे सिख धर्म के तो जो सिख लोग हैं, मैं उनसे प्रार्थना करूंगा, जब आप जपजी साहब गुरु नानक की वाणी पढ़ते हो तो वहाँ जपजी साहब में लिखा है असंख्य गालवड हत्या कमाहे, इसको पढ़ लिया करो, उसके ऊपर अमल करो। ये बात हमने नहीं करनी। ऐसा कई आदमी ऐसा सोचते हैं, मैंने तो मारा नहीं, मैंने तो बाजार से ले लिया है, तो उसका हिस्सेदार तो बन गया। एक मिस्टर बुधवार थे, कस्टम के कलेक्टर बम्बई में, मेरे को सारा नाम उनका नहीं याद, तो उनके घरवाली को फालिज हो गया, तो डॉक्टरों ने कहा कि इसको कबूतर का मांस दो। तो उसको जब कहा, उसने कहा कि मैं अपनी जान बचाने के लिए किसी की जान नहीं ख़त्म करूँगी। वो मर गई, लेकिन उसने वो नहीं लिया, क्योंकि मैंने मारना नहीं, लेकिन मैंने जो मरा मराया लिया है उसमें मैं भागीदार हो गया, वो नहीं मैंने मारना। तो गुरु प्रताप सिंह जी के समय में एक हमारे रागी थे, मुसलमान मरासी थे, उनको कहा गया कि आप अग्नि में जलना मंजूर करो तो अब कीर्तन सुनाओ, नहीं तो नहीं सुनाओ। तो इस बात के कारण वो चले गए। उनमें से एक उसका नाम फत्तू था, फत्तू को हैजा हो गया, तो वो मरने लगा। तो उसको कहा कि तू थोड़ी शराब ले ले तो इससे बच जाएगा। तो उसने कहा मैंने संगत में खड़े होकर ये प्रण किया है कि मैंने शराब नहीं पीनी, मेरे को शराब ना दो। वो मर गया, उसने शराब नहीं पी। तो सिर्फ मैं आपको यही प्रार्थना करूँगा, आप भी छोड़ो, और जिसके घर में जाओ उसको कहो भी मांस वगैरह का प्रयोग छोड़ दे, तब तेरा खाना हम लोग खाएंगे। तो किसी दूसरे प्रचारक की ज़रूरत नहीं रहेगी, अपने आप ये काम सारा अच्छा होगा। तो मैं फिर आपको कहूँगा, जिन्होंने गुरुमंत्र नहीं लिया किसी से, वो कान में मंत्र लो, उसका जाप करो, ताकि इस संसार से जाने के समय वो मंत्र का जाप हमारे मुंह में हो। जैसे आप लिफाफे पर किसी का नाम लिखकर वो चिट्ठी डाल देते हैं डाकखाने में, तो वो ऊपर नाम जो पता लिखा होता है वो लिफाफे को उठाकर उसके घर में ले जाता है। ऐसे ही भगवान का नाम हमारे मुंह में होगा जब हम लोग जाएंगे। पता नहीं कि कौन सा वक्त आ जाना है कि हमने चले जाना है, तो अपने मुंह में वो होगा तो वो उस आपको भगवान के चरणों में ले जाएगा। मैं यही कह के आपसे प्रार्थना